ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੱਕਰ ਚਿਹਨ ਹਰ ਵਰਨ ਜਾਤ, ਹਰ ਪਾਤ ਨਹਿਨ ਜਿਹ, ਰੂਪ ਰੰਗ ਹਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ। ਕੋਟ ਇੰਦਰ ਇੰਦਰਾਣ, ਸਾਹੇ ਸਾਹਣ ਗਣਿਜੈ। ਤਿਰ ਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ। ਤਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਨਤ ਸਮਤ। ਅਸ ਕਿਰਪਾਨ ਖੰਡੋ ਖੜਗ, ਤੁਬਕ ਤਬਰ ਹਰ ਤੀਰ। ਸੈਫ ਸਰੋਹੀ ਸਹਿਥੀ, ਯਹ ਹਮਾਰੇ ਪੀਰ। ਮੁਖ ਉਚਰੈ ਸ਼ਾਸਤਰ ਖਟ, ਹਿੰਗ ਗਿਰਨ ਚੜ ਜਾਏ। ਅੰਧ ਲਖੈ ਭਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤ੍ਰਿਭੰਗੀ ਛੰਦ। ਸ੍ਰੀ ਕਾਲ ਜੀ ਕੀ ਉਸਤਤ, ਖਗ ਖੰਡ ਬਿਹੰਡੰ, ਖਲ ਦਲ ਖੰਡੰ। ਅਤ ਰਣ ਮੰਡੰ, ਬਰ ਬੰਡੰ। ਭੁਜ ਦੰਡ ਅਖੰਡੰ, ਤੇਜ ਪ੍ਰਚੰਡੰ। ਜੋਤ ਅਮੰਡੰ, ਭਾਨ ਪ੍ਰਭੰ। ਖਗ ਖੰਡ ਬਿਹੰਡੰ, ਖਲ ਦਲ ਖੰਡੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬੇ ਕਮਾਲ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ, ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ, ਜੁਗੋ ਜੁਗ ਅਟਲ ਬਾਣੀ ਕੇ ਬੋਹਿਥ। ਪਤਿਤ ਪਾਵਨ ਗਰੀਬ ਨਵਾਜ।
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਨਿਵਾਜੀ। ਗੁਰੂ ਖਾਲਸਾ ਗੁਰੂ ਰੂਪ। ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਗੁਰੂ ਕੀਆਂ ਸੰਗਤਾਂ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਕੇ ਦਰਸ਼ਨ ਕਰਕੇ ਇਸ ਮਨੁੱਖ ਜਨਮ ਦੇ ਸਮੇਂ ਨੂੰ ਸਫਲਾ ਕਰ ਰਹੇ ਹੋ। ਧੰਨ ਧੰਨ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਉਚਾਰੀ ਹੋਈ ਤੁਰਕੀ ਬਾਣੀ ਰਚਨਾ ਸ੍ਰੀ ਦਸਮ ਗ੍ਰੰਥ ਸਾਹਿਬ ਜੀ। ਉਸ ਵਿੱਚੋਂ ਜੋ ਸ੍ਰੀ ਬਚਿੱਤਰ ਨਾਟਕ ਬਾਣੀ ਦਾ ਗ੍ਰੰਥ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ, ਉਸ ਦੀ ਆਪਾਂ ਕਥਾ ਵਿਚਾਰ ਸਰਵਣ ਕਰਨ ਲਈ ਜੁੜ ਬੈਠੇ ਹਾਂ। ਜਿਸ ਬਚਿੱਤਰ ਨਾਟਕ ਗ੍ਰੰਥ ਦੇ ਵਿੱਚ ਮਹਾਰਾਜ ਜੀ ਨੇ ਅਨੇਕਾਂ ਰੰਗਾਂ ਦੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈ ਨਾਟਕ ਲਿਖੇ ਹਨ, ਜੋ ਅਦਭੁਤ ਹੀ ਆਸ਼ਚਰਜੀ ਅਨੋਖਾ ਹੀ ਨਾਟਕ ਹੈ ਬਚਿੱਤਰ ਨਾਟਕ। ਉਹ ਸਤਿਗੁਰੂ ਜੀ ਨੇ ਬੜੇ ਸੋਹਣੇ ਢੰਗ ਨਾਲ ਛੰਦਾਬੰਦੀ ਦੇ ਨਿਯਮਾਂ ਵਿੱਚ ਆਪ ਉਚਾਰਨ ਕਰਕੇ ਲਿਖੀ ਹੈ ਬਾਣੀ। ਅਤੇ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਜਿਹੜਾ ਹੈ ਮੰਗਲ ਕੀਤਾ ਹੈ ਸ੍ਰੀ ਭਗਉਤੀ ਜੀ ਦਾ, ਜਿਹਨੂੰ ਖੜਗ ਤਲਵਾਰ ਸ੍ਰੀ ਸਾਹਿਬ ਕਿਹਾ ਜਾਂਦਾ ਹੈ, ਜਾਂ ਅੰਤਰੀਵ ਰੂਪ ਦੇ ਵਿੱਚ ਜੋ ਸ੍ਰੀ ਸ਼ਕਤੀ ਮਹਾਨ ਹੈ, ਉਸ ਦਾ ਜੋ ਖੜਗ ਕਹੀਏ ਸਾਹਿਬ ਮਾਲਕ ਹੈ, ਉਸ ਦਾ ਮਹਾਰਾਜ ਜੀ ਨੇ ਮੰਗਲ ਕੀਤਾ, ਨਮਸਕਾਰ ਕੀਤੀ। ਅਤੇ ਨਮਸਕਾਰ ਕਰਕੇ ਇਹ ਕਿਹਾ ਕਿ ਕਰੋ ਸੁਹਿਤ ਚਿੱਤ ਲਾਏ। ਮੈਂ ਬੜਾ ਮਨ ਦਾ ਪ੍ਰੇਮ ਚਿੱਤ ਲਾ ਕੇ ਇਹ ਵਾਹਿਗੁਰੂ ਦੀ ਸ਼ਕਤੀ ਤੈਨੂੰ ਨਮਸਕਾਰ ਕਰਦੇ ਹਾਂ। ਅਤੇ ਨਾਲ ਹੀ ਇਹ ਜਾਚਨਾ ਮੰਗੀ ਕਿ ਤੁਸੀਂ ਜਿਹੜੇ ਸਾਡੇ ਸਹਾਈ ਹੋਣਾ ਕਰੋ, ਜਿਸ ਕਰਕੇ ਬਚਿੱਤਰ ਨਾਟਕ ਗ੍ਰੰਥ 14 ਅਧਿਆਏ ਵਾਲਾ ਜਿਹੜਾ ਹੈ ਸੰਪੂਰਨ ਹੋ ਸਕੇ। ਇਹਦੀ ਜਿਹੜੀ ਆਪਾਂ ਕਥਾ ਵਿਚਾਰ ਸੀ ਕੱਲ੍ਹ ਜਿੰਨੀ ਕੁ ਸਮਝ ਪਈ ਹੈ ਸੰਪਰਦਾਇ ਢੰਗ ਨਾਲ ਵੀ, ਅਤੇ ਹੋਰ ਜੋ ਧਰਮ ਗ੍ਰੰਥਾਂ ਦੇ ਨਿਯਮ ਅਨੁਸਾਰ ਉਸੇ ਢੰਗ ਨਾਲ ਹੀ ਆਪਾਂ ਜਿੰਨੀ ਕੁ ਸਮਝ ਪਈ ਰਲ ਮਿਲ ਕੇ ਇੱਕ ਸਰਵਣ ਕਥਾ ਕੀਤੀ ਸੀ। ਇਸ ਕਥਾ ਵਿੱਚ ਮਹਾਰਾਜ ਜੀ ਨੇ ਜਿਹੜੀ ਆਪਣੀ ਕਥਾ ਵੀ ਕਥਨ ਕੀਤੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਜੰਗ ਯੁੱਧਾਂ ਦੇ ਹਾਲ ਵੀ ਲਿਖੇ ਹਨ। ਅੱਗੇ ਜਿਵੇਂ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਤ੍ਰਿਭੰਗੀ ਛੰਦ ਦੇ ਵਿੱਚ ਮਹਾਂਸ਼ਕਤੀ ਖੜਗ ਦਾ ਜਿਹੜਾ ਹੈ ਜਸ ਕੀਤਾ, ਉਸਤਤੀ ਕੀਤੀ ਹੈ, ਉਹ ਆਪਾਂ ਆਓ ਅੱਜ ਵਿਸਥਾਰ ਨਾਲ ਕਥਾ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਿਵਾਓ ਸੀਸ। ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤ੍ਰਿਭੰਗੀ ਛੰਦ ਸ੍ਰੀ ਕਾਲ ਜੀ ਕੀ ਉਸਤਤ। ਖਗ ਖੰਡ ਬਿਹੰਡੰ ਖਲ ਦਲ ਖੰਡੰ। ਤ੍ਰਿਭੰਗੀ ਛੰਦ ਜਿਸ ਦੇ ਤ੍ਰਿਭੰਗੀ ਛੰਦ ਦੇ ਇੱਕ ਪੰਕਤੀ ਵਿੱਚ ਤਿੰਨ ਜਿਹੜੇ ਹੈ
ਬਚਨ ਸ਼ਬਦ ਆਉਂਦੇ ਹੈ ਤਿੰਨਾਂ ਤਿੰਨਾਂ ਦੇ ਸੁਮੇਲ ਦਾ, ਜਿਸ ਕਰਕੇ ਇਹਦਾ ਨਾਮ ਤ੍ਰਿਭੰਗੀ ਛੰਦ ਹੈ। ਜਿਵੇਂ ਖਾਗ ਖੰਡ ਬਿਹੰਡੰ ਖਲ ਦਲ ਖੰਡੰ ਅਤ ਰਣ ਮੰਡੰ। ਇਹ ਜਿਵੇਂ ਤਿੰਨਾਂ ਤਿੰਨਾਂ ਦਾ ਸੁਮੇਲ ਕਰਕੇ ਇਹਦਾ ਨਾਮ ਤ੍ਰਿਭੰਗੀ ਛੰਦ ਹੈ। ਸਤਿਗੁਰੂ ਜੀ ਸ੍ਰੀ ਕਾਲ ਜੀ ਕੀ ਉਸਤਤ। ਸ੍ਰੀ ਨਾਮ ਹੈ ਸ਼ਕਤੀ ਦਾ, ਕਾਲ ਹੈ, ਕਾਲ ਨਾਮ ਹੈ ਮਾਰਨ ਦਾ। ਜੋ ਮਾਰਨ ਵਾਲੀ ਸ਼ਕਤੀ ਹੈ ਉਹ ਕੀ ਹੈ? ਉਹ ਖੜਗ ਤਲਵਾਰ ਸ੍ਰੀ ਸਾਹਿਬ ਹੀ ਹੈ ਅਤੇ ਉਸ ਦੀ ਉਸਤਤ ਕਰਦੇ ਹੈ ਮਹਾਰਾਜ ਇਹ ਛੰਦ ਦੇ ਵਿੱਚ। ਫਿਰ ਸ੍ਰੀ ਨਾਮ ਸਾਧ ਸੰਗਤ ਜੀ ਜੋ ਵਾਹਿਗੁਰੂ ਦੀ ਸ਼ਕਤੀ ਹੈ, ਅਤੇ ਵਾਹਿਗੁਰੂ ਦੀ ਸ਼ਕਤੀ ਹੀ ਸਭ ਦਾ ਕਾਲ ਕਰਦੀ ਹੈ, ਸਭ ਦਾ ਨਾਸ ਕਰਦੀ ਹੈ, ਸਭ ਨੂੰ ਮੌਤ ਦੇ ਘਾਟ ਉਤਾਰਦੀ ਹੈ। ਉਸ ਵਾਹਿਗੁਰੂ ਦੀ ਸ਼ਕਤੀ ਜਿਹੜੀ ਮਾਰਨਾ ਕਰਦੀ ਹੈ, ਸਾਰੇ ਬ੍ਰਹਿਮੰਡ ਦੇ ਤਾਈਂ ਉਸ ਦੀ ਉਸਤਤ ਕਰਦੇ ਹੈ। ਜਾਂ ਵੀ ਜੋ ਸ਼੍ਰੋਮਣੀ ਸੋਭਾ ਵਾਲਾ ਕਾਲ ਕਹੀਏ ਵਾਹਿਗੁਰੂ ਹੈ। ਗੁਰੂ ਮਹਾਰਾਜ ਜੀ ਨੇ ਲਿਖਿਆ ਬਚਨ, ਅੰਤ ਕਰਤ ਸਭ ਜਗ ਕੋ ਕਾਲਾ, ਨਾਮ ਕਾਲ ਤਾਤੇ ਜਗ ਡਾਲਾ। ਸਮੇਂ ਸੰਤ ਪਰ ਹੋਤ ਸਹਾਈ, ਤਾਤੇ ਸੰਖਿਆ ਸੰਤ ਸੁਣਾਈ। ਵੀ ਉਹਦਾ ਨਾਮ ਸੰਤ ਕੋ ਪਿਆ, ਉਹਦਾ ਨਾਮ ਕਾਲ ਕੋ ਪਿਆ। ਵੀ ਅੰਤ ਕਰਤ ਸਭ ਜਗ ਕੋ ਕਾਲਾ, ਸਾਰੇ ਜਗ ਦਾ ਹੀ ਜੀਵਾਂ ਦਾ ਹੀ ਕਾਲ ਕਰਦਾ ਹੈ ਵਾਹਿਗੁਰੂ, ਤਾਂ ਉਹਦਾ ਨਾਮ ਕਾਲ ਪਿਆ ਹੈ। ਇਸ ਤਰ੍ਹਾਂ ਸਿੱਧਾ ਜਿਹਾ ਵੀ ਸ੍ਰੀ ਜਦੋਂ ਥੱਲੇ ਪ੍ਰਕਰਣ ਮੁਤਾਬਕ ਪਹਿਲਾ ਅਰਥ ਤੇ ਲਾ ਲੈਣਾ ਹੈ ਵੀ ਜੋ ਮਹਾਨ ਸ਼ਕਤੀ ਹੈ ਵਾਹਿਗੁਰੂ ਦੀ, ਸਭ ਦਾ ਕਾਲ ਕਰਨ ਵਾਲੀ, ਉਸ ਦੀ ਉਸਤਤ। ਜਾਂ ਸ੍ਰੀ ਸਾਹਿਬ ਜੋ ਹੈ ਭਾਵ ਅਰਥ ਨਾਲ ਕਾਲ ਤੋਂ ਸਾਹਿਬ ਅਰਥ ਲਾ ਲੈਣਾ ਵੀ ਸ੍ਰੀ ਸਾਹਿਬ ਜੀ ਦੀ ਉਸਤਤ। ਵਾਹਿਗੁਰੂ ਦੀ ਸ਼ਕਤੀ ਜੋ ਮਾਰਨ ਵਾਲੀ ਹੈ ਉਸ ਦੀ ਉਸਤਤ। ਸਤਿਗੁਰੂ ਮਹਾਰਾਜ ਸ੍ਰੀ ਸਾਹਿਬ ਕਾਲ ਦੀ ਉਪਮਾ ਕਰਦੇ ਹਨ, ਕਿਉਂਕਿ ਸਾਧ ਸੰਗਤ ਜੀ ਸ਼ਕਤੀ ਅਤੇ ਸ਼ਕਤੀ ਵਿੱਚ ਕੋਈ ਭੇਦ ਨਹੀਂ ਹੈ, ਨਾਮੀ ਅਤੇ ਨਾਮ ਵਿੱਚ ਕੋਈ ਭੇਦ ਨਹੀਂ ਹੈ। ਨਾਮ ਜਿਹੜਾ ਲਵਾਂਗੇ ਵਾਹਿਗੁਰੂ ਅਤੇ ਨਾਮੀ ਵਾਹਿਗੁਰੂ ਆਪੇ ਪ੍ਰਗਟ ਹੋ ਜਾਂਦਾ ਹੈ। ਜਿੱਥੇ ਨਾਮ ਹੈ ਉੱਥੇ ਨਾਮੀ ਵਾਹਿਗੁਰੂ ਨਾਲ ਹੀ ਹੈ। ਇਸੇ ਤਰ੍ਹਾਂ ਜਿੱਥੇ ਉਹਦੀ ਸ਼ਕਤੀ ਹੈ ਉੱਥੇ ਵਾਹਿਗੁਰੂ ਵੀ ਸ਼ਕਤਾ ਆਪ ਨਾਲ ਹੀ ਹੈ। ਇਸ ਤਰ੍ਹਾਂ ਵਾਹਿਗੁਰੂ ਦੀ ਜਿਹੜੀ ਕਾਲ ਸ਼ਕਤੀ ਹੈ ਮਾਰਨ ਵਾਲੀ, ਉਸ ਦੀ ਉਸਤਤ ਖੜਗ ਤਲਵਾਰ ਦੀ ਉਸਤਤ ਉਪਮਾ ਕਰਦੇ ਹਨ ਜੀ। ਅਤ ਰਨ ਮੰਡੰ ਵੇਖ ਲਿਆ। ਖਾਗ ਖੰਡ ਬਿਹੰਡੰ ਇਹਦਾ ਅਰਥ ਤੇ ਹੈ। ਖਾਗ, ਖਾਗ ਨਾਮ ਹੈ ਤਲਵਾਰ ਦਾ, ਸ੍ਰੀ ਸਾਹਿਬ ਦਾ, ਕਿਰਪਾਨ ਦਾ, ਖੜਗ ਦਾ। ਜੋ ਕਿਰਪਾਨ ਖੰਡ ਕਹੀਏ, ਟੋਟੇ ਟੋਟੇ ਬਿਹੰਡੰ ਕਹੀਏ, ਚੰਗੀ ਤਰ੍ਹਾਂ ਟੋਟੇ ਟੋਟੇ ਕਰਕੇ ਨਾਸ ਕਰ ਦੇਣ ਵਾਲੀ ਹੈ। ਜਾਂ ਖਗ ਨਾਮ ਸ਼ਕਤੀ ਦਾ ਹੈ, ਉਹ ਸ਼ਕਤੀ ਕਿਹੜੀ? ਵਾਹਿਗੁਰੂ ਦੀ। ਵਾਹਿਗੁਰੂ ਦੀ ਸ਼ਕਤੀ ਜੋ ਹੈ ਉਹ ਇਵੇਂ ਜੀਵਾਂ ਦੇ ਤਾਈਂ, ਖੰਡਾਂ ਬ੍ਰਹਿਮੰਡਾਂ ਦੇ ਤਾਈਂ, ਖੰਡ ਕਹੀਏ ਟੋਟੇ ਟੋਟੇ, ਚੰਗੀ ਤਰ੍ਹਾਂ ਬਿਹੰਡੰ ਕਹੀਏ ਕਰ ਦੇਣ ਵਾਲੀ ਹੈ, ਨਾਸ ਕਰਨ ਵਾਲੀ ਹੈ। ਖਲ ਦਲ ਖੰਡੰ, ਮੂਰਖਾਂ ਦੇ ਦਲ ਸੈਨਾ ਨੂੰ ਖੰਡੰ ਕਹੀਏ ਟੋਟੇ ਟੋਟੇ ਕਰ ਦੇਣ ਵਾਲੀ, ਟੁਕੜੇ ਟੁਕੜੇ ਕਰ ਦੇਣ ਵਾਲੀ ਵਾਹਿਗੁਰੂ ਦੀ ਸ਼ਕਤੀ ਤਲਵਾਰ। ਅਤ ਰਨ ਮੰਡੰ ਬਰ ਬੰਡੰ, ਅਤ ਜੋ ਸ੍ਰੀ ਸਾਹਿਬ ਹੈ, ਰਣ ਕਹੀਏ ਯੁੱਧ, ਜੰਗ ਦਾ ਮੈਦਾਨ, ਜੋ ਜੰਗ ਦੇ ਮੈਦਾਨ ਨੂੰ ਬਹੁਤ ਮੰਡਣ ਕਹੀਏ ਸਜਾਉਣ ਵਾਲੀ ਹੈ, ਭੂਸ਼ਿਤ ਕਰ ਦੇਣ ਵਾਲੀ ਹੈ। ਹੁਣ ਜੰਗ ਦੇ ਮੈਦਾਨ ਵਿੱਚ ਸ੍ਰੀ ਸਾਹਿਬ ਲਿਸ਼ਕਦੀ ਹੋਵੇ ਅਤੇ ਜੰਗ ਦੀ ਸ਼ੋਭਾ ਹੈ।
ਜੇ ਉੱਥੇ ਘਸੁੰਨ ਮੁੱਕੀ ਚੱਲੀ ਜਾਏ ਫਿਰ ਉਹ ਜੰਗ ਦੀ ਕਾਹਦੀ ਸੋਭਾ। ਜੰਗ ਦੀ ਸੋਭਾ ਸ੍ਰੀ ਸਾਹਿਬ ਨਾਲ ਹੀ ਹੈ। ਜਦੋਂ ਇਹ ਲਿਸ਼ਕਦੀਆਂ ਹੈ, ਜਦੋਂ ਸ੍ਰੀ ਹਜ਼ੂਰ ਸਾਹਿਬ ਉਹ ਹੱਲਾ ਬੋਲਦੇ ਆ, ਸ੍ਰੀ ਸਾਹਿਬਾਂ ਸਾਰੀਆਂ ਤਾਂ ਕੱਢਦੇ ਆ ਅਤੇ ਉਹ ਲਿਸ਼ਕਦੀਆਂ, ਫਿਰ ਉਹ ਜਿਹੜਾ ਹੈ ਉਸ ਵੇਲੇ ਦਾ ਮਾਹੌਲ ਸੱਜ ਧੱਜ ਜਾਂਦਾ ਹੈ। ਅਤ ਰਣ ਮੰਡੰਗ, ਜੋ ਬਹੁਤ ਹੀ ਜੰਗ ਦੇ ਮੈਦਾਨ ਨੂੰ ਮੰਡੰਗ ਕਹੀਏ ਭੂਸ਼ਿਤ ਕਰਨ ਵਾਲੀ ਹੈ, ਸਜਾਉਣ ਵਾਲੀ ਹੈ, ਸੋਹਣਾ ਬਣਾ ਦਿੰਦੀ ਹੈ। ਬਰ ਬੰਡੰਗ, ਬਲ ਵਾਲੀ ਹੈ ਵਾਹਿਗੁਰੂ ਦੀ ਸ਼ਕਤੀ ਸ੍ਰੀ ਸਾਹਿਬ, ਅਤੇ ਉਂਝ ਵੀ ਵਾਹਿਗੁਰੂ ਦੀ ਸ਼ਕਤੀ। ਬਰ ਵੰਡੰਗ, ਵਰਾਂ ਨੂੰ ਵੰਡਣ ਵਾਲੀ ਹੈ। ਜਿਹੜੇ ਸੂਰਮੇ ਸ੍ਰੀ ਸਾਹਿਬ ਧਾਰਨ ਕਰਦੇ ਹੈ ਉਹਨਾਂ ਨੂੰ ਬਲ ਵੰਡਣ ਵਾਲੀ ਹੈ, ਸ੍ਰੇਸ਼ਟ ਬਲ ਦੇਣ ਵਾਲੀ ਹੈ। ਭੁਜ ਦੰਡ ਅਖੰਡੰ ਤੇਜ ਪ੍ਰਚੰਡੰ, ਜਿਸ ਦੀਆਂ ਭੁਜਾਵਾਂ ਵਾਹਿਗੁਰੂ ਦੀ ਸ਼ਕਤੀ ਦੀਆਂ ਦੰਡ ਕਹੀਏ ਐ ਡੰਡੇ ਵਾਂਗ ਮਜ਼ਬੂਤ ਹਨ, ਸਖਤ ਹਨ। ਜਾਂ ਭੁਜ ਕਹੀਏ ਬਾਹਾਂ ਅਤੇ ਦੰਡ ਕਹੀਏ ਡੌਲੇ, ਜਿਹਦੇ ਅਖੰਡੰਗ ਟੁੱਟਣ ਤੋਂ ਰਹਿਤ ਹਨ, ਮਜ਼ਬੂਤ ਹਨ, ਇੱਕ ਰਸ ਹਨ, ਨਾਸ ਤੋਂ ਰਹਿਤ ਹਨ। ਭੁਜ ਦੰਡ ਅਖੰਡੰਗ, ਜਿਸ ਵਾਹਿਗੁਰੂ ਦੀ ਸ਼ਕਤੀ ਦੀਆਂ ਬਾਹਾਂ ਜਿਹੜੀਆਂ ਬੜੀਆਂ ਮਜ਼ਬੂਤ ਹਨ, ਡੰਡੇ ਵਾਂਗ, ਨਾਸ ਤੋਂ ਰਹਿਤ। ਤੇਜ ਪ੍ਰਚੰਡੰ, ਜਿਸ ਦਾ ਤੇਜ ਪ੍ਰਤਾਪ ਪ੍ਰਚੰਡ ਕਹੀਏ ਬੜਾ ਤਿੱਖਾ ਤੇਜ ਧਰਾਰਾ ਹੈ। ਜੋਤ ਅਮੰਡੰ ਭਾਨ ਪ੍ਰਭੰ, ਜੋ ਸੂਰਜ ਦੀ ਪ੍ਰਭਾ ਹੈ ਉਸ ਦੀ ਜੋਤੀ ਅੱਗੇ ਅਮੰਡੰ ਕਹੀਏ ਫਿੱਕੀ ਪੈ ਜਾਂਦੀ ਹੈ। ਸੋਭਾ ਸੂਰਜ ਦੀ ਫਿੱਕੀ ਪੈ ਜਾਂਦੀ ਹੈ। ਸੂਰਜ ਦੀ ਪ੍ਰਭੰ ਕਹੀਏ ਕ੍ਰਾਂਤੀ ਫਿੱਕੀ ਪੈ ਜਾਂਦੀ ਹੈ। ਉਂਝ ਪ੍ਰਮਾਣ ਤੌਰ 'ਤੇ ਸਿੱਧਾ ਕਹਿਣ ਲਈ ਵੀ ਜਿਹੜੀ ਜਿਸ ਵਾਹਿਗੁਰੂ ਦੀ ਸ਼ਕਤੀ ਦੀ ਜਿਹੜੀ ਜੋਤੀ ਹੈ, ਜੋਤ ਪ੍ਰਕਾਸ਼ ਹੈ, ਇਹ ਸੂਰਜ ਦੇ ਪ੍ਰਕਾਸ਼ ਨੂੰ ਵੀ, ਕ੍ਰਾਂਤੀ ਨੂੰ ਵੀ ਫਿੱਕਾ ਪਾ ਦਿੰਦਾ ਹੈ। ਸੁਖ ਸੰਤਾਂ ਕਰਨੰ ਦੁਰਮਤ ਦਰਨੰ, ਜੋ ਸੰਤਾਂ ਵਾਹਿਗੁਰੂ ਦੇ ਸੰਤਾਂ ਭਗਤਾਂ ਮਹਾਤਮਾ ਜੀਆਂ ਨੂੰ ਸੁਖ ਕਰਨ ਵਾਲੀ ਹੈ ਵਾਹਿਗੁਰੂ ਦੀ ਸ਼ਕਤੀ ਤਲਵਾਰ, ਅਤੇ ਦੁਰਮਤ ਖੋਟਿਆਂ ਦੀ ਮੱਤ ਨੂੰ ਦਲਮਲ ਦੇਣ ਵਾਲੀ ਹੈ, ਨਾਸ ਕਰਨ ਵਾਲੀ ਹੈ। ਕਿਲ ਬਿਖ ਹਰਨੰ ਅਸ ਸਰਨੰ, ਕਿਲ ਬਿਖ ਕਹੀਏ ਬੱਜਰ ਪਾਪਾਂ ਨੂੰ, ਵੱਡਿਆਂ ਵੱਡਿਆਂ ਪਾਪਾਂ ਨੂੰ, ਹਰਨੰ ਨਾਸ ਕਰਨ ਵਾਲੀ ਹੈ, ਦੂਰ ਕਰਨ ਵਾਲੀ ਹੈ। ਐਸੀ ਹੈ ਵਾਹਿਗੁਰੂ ਦੀ ਸ਼ਕਤੀ ਸ੍ਰੀ ਸਾਹਿਬ, ਉਸ ਦੀ ਅਸੀਂ ਸ਼ਰਨ ਹਾਂ, ਉਸ ਦਾ ਆਸਰਾ ਓਟ ਆਸਰਾ ਲੈਂਦੇ ਹਾਂ। ਜੈ ਜੈ ਜਗ ਕਾਰਨ ਸ੍ਰਿਸ਼ਟ ਉਬਾਰਨ, ਜੋ ਵਾਹਿਗੁਰੂ ਦੀ ਐਸੀ ਸ਼ਕਤੀ ਤਲਵਾਰ ਖੜਗ ਸ੍ਰੀ ਸਾਹਿਬ ਜਗਤ ਦੀ ਕਾਰਨ ਹੈ। ਜਗ ਕਾਰਨ, ਜੋ ਵਾਹਿਗੁਰੂ ਦੀ ਸ਼ਕਤੀ ਜਗਤ ਦੀ ਕਾਰਨ ਭਾਵ ਜਗਤ ਨੂੰ ਕਰਨ ਵਾਲੀ ਹੈ। ਜਗ ਨਾਮ ਜੀਵ ਦਾ ਵੀ ਹੁੰਦਾ, ਜੋ ਜੀਵਾਂ ਨੂੰ, ਜੀਵਾਂ ਦੀ ਕਾਰਨ ਹੈ। ਉਸੇ ਵਾਹਿਗੁਰੂ ਦੀ ਸ਼ਕਤੀ ਤੋਂ ਜੀਵ ਪੈਦਾ ਹੋਏ। ਜੋ ਸੰਸਾਰ ਦੇ ਰਚਨ ਵਾਲੀ, ਕਾਰਨ ਕਰਨ ਵਾਲੀ ਹੈ। ਐਸੀ ਵਾਹਿਗੁਰੂ ਦੀ ਸ਼ਕਤੀ ਤੇਰੀ ਜੈ ਹੋਵੇ, ਤੇਰੀ ਫਤਿਹ ਹੋਵੇ, ਤੇਰੀ ਜਿੱਤ ਹੋਵੇ। ਸ੍ਰਿਸ਼ਟ ਉਬਾਰਨ, ਸ੍ਰਿਸ਼ਟੀ ਨੂੰ ਦੁਸ਼ਟਾਂ ਵੈਰੀਆਂ ਦੈਂਤਾਂ ਤੋਂ ਉਬਾਰਨ ਕਹੀਏ ਬਚਾਉਣ ਵਾਲੀ ਹੈ, ਉਬਾਰਨ ਕਹੀਏ ਪ੍ਰਤਪਾਲਣਾ ਕਰਨ ਵਾਲੀ ਹੈ। ਮਮ ਪ੍ਰਤਪਾਰਨ ਜੈ ਤੇਗੰ, ਮੇਰੀ ਪ੍ਰਤਪਾਲਣਾ ਕਰ, ਮੇਰੀ ਪ੍ਰਤਪਾਲਣਾ ਕਰ ਹੇ ਜੈ ਤੇਗੰ, ਹੇ ਤੇਗ ਖੜਗ ਸ੍ਰੀ ਸਾਹਿਬ। ਮੇਰੀ ਕਹੀਏ ਸਤਿਗੁਰੂ ਕਹਿੰਦੇ ਮਮ ਕਹੀਏ ਤਮਾਮ ਜੀਵਾਂ ਦੀ ਤੂੰ ਪ੍ਰਤਪਾਲਣਾ ਕਰਨ ਵਾਲੀ ਹੈ, ਸਾਡੀ ਵੀ ਪ੍ਰਤਪਾਲਣਾ ਕਰ। ਇਹ ਵਾਹਿਗੁਰੂ ਦੀ ਸ਼ਕਤੀ ਦੀ ਉਸਤਤ ਕੀਤੀ ਹੈ ਮਹਾਰਾਜ ਜੀ ਨੇ। ਭੁਜੰਗ ਪਰਿਆਤ ਛੰਦ ਸਦਾ ਏਕ ਜੋਤਿਅੰ ਅਜੂਨੀ ਸਰੂਪੰ, ਜਿਹੜੇ ਕਹਿੰਦੇ ਵੀ ਦੇਵੀ ਦੀ ਇਹ ਵੀ ਦੇਵੀ ਬਾਰੇ ਕਿਹਾ ਹੈ, ਉਹ ਦੇਵੀ ਕਿਹੜੀ ਹੈ? ਵਾਹਿਗੁਰੂ ਦੀ ਸ਼ਕਤੀ। ਹੁਣ ਸ਼ਕਤੀ ਨਾਮ ਇਸਤਰੀ ਪੁਲਿੰਗ ਦਾ ਹੀ ਹੈ, ਅਤੇ ਵਾਹਿਗੁਰੂ ਦੀ ਸ਼ਕਤੀ ਦੇਵੀ ਰੂਪ ਹੀ ਹੈ।
ਉਹ ਦੇਵੀ ਦੀ ਗੁਰੂ ਜੀ ਨੇ ਸਾਧ ਸੰਗਤ ਜੀ ਉਸਤਤ ਕੀਤੀ ਹੈ। ਕਿਰਪਾ ਕਰੀ ਹਮ ਪਰ ਜਗ ਮਾਤਾ, ਉੱਥੇ ਵੀ ਵਾਹਿਗੁਰੂ ਦੀ ਸ਼ਕਤੀ ਦੀ ਹੀ ਜਿਹੜੀ ਸਿਫਤ ਉਸਤਤ ਕੀਤੀ ਹੈ। ਭੁਜੰਗ ਪਰਿਆਦ ਛੰਦ, ਜੋ ਸੱਪ ਦੀ ਚਾਲ ਵਾਲਾ ਛੰਦ ਹੈ, ਕਥਨ ਕਰਦੇ ਹਨ। ਸਦਾ ਏਕ ਜੋਤੰ ਅਜੂਨੀ ਸਰੂਪੰ। ਮਹਾਰਾਜ ਭੁਜੰਗ ਪਰਿਆਦ ਵਿੱਚ ਵਾਹਿਗੁਰੂ ਦੀ ਸਾਧ ਸੰਗਤ ਜੀ ਸਿਫਤ ਸਲਾਹ ਕਰ ਰਹੇ ਹੈ ਨਿਰਗੁਣ ਸਰੂਪ ਤੇ ਸਰਗੁਣ ਸਰੂਪ ਦੀ। ਇਸ ਵਿੱਚ ਨਿਰਗੁਣ ਸਰਗੁਣ ਸਰੂਪ ਦਾ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਹੈ, ਕਿਉਂਕਿ ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਉਹ ਵਾਹਿਗੁਰੂ ਜਦੋਂ ਨਿਰਗੁਣ ਸਰੂਪ 'ਚ ਹੋ ਜਾਂਦਾ ਹੈ, ਉਦੋਂ ਉਹਦਾ ਕੋਈ ਵੀ ਚਿੰਨ੍ਹ ਨਹੀਂ ਰਹਿ ਜਾਂਦਾ, ਸਿਰਫ ਪ੍ਰਕਾਸ਼ ਰੂਪ ਹੈ। ਅਤੇ ਜਦੋਂ ਸਰਗੁਣ ਸਰੂਪ 'ਚ ਹੋ ਜਾਂਦਾ, ਉਦੋਂ ਉਹਦੇ ਗੁਣਾਂ ਦੇ ਸਹਿਤ ਹੋ ਜਾਂਦਾ, ਸਰੀਰ ਦੇ, ਅੱਖਾਂ ਦੇ, ਨੇਤਰਾਂ ਦੇ, ਜਿਸ ਕਰਕੇ ਦੋਵੇਂ ਸਰੂਪਾਂ ਦਾ ਮਹਾਰਾਜ ਇੱਥੇ ਕਥਨ ਕਰ ਰਹੇ ਹੈ। ਨਿਰਗੁਣ ਸਰੂਪ ਦਾ ਵਿੱਚੇ ਆਈ ਜਾਏਗਾ, ਵਿੱਚ ਸਰਗੁਣ ਸਰੂਪ ਦਾ। ਸਦਾ ਏਕ ਜੋਤਿਅੰ, ਕਿ ਜੋ ਇੱਕ ਵਾਹਿਗੁਰੂ ਅੰਤਰਜਾਮੀ ਹੈ, ਉਹ ਸਦਾ ਹੀ ਜੋਤਿਅੰ ਕਹੀਏ ਜੋਤੀ ਸਰੂਪ ਹੈ। ਉਹ ਹੀ ਇਕੱਲਾ ਸਦਾ ਜੋਤੀ ਸਰੂਪ ਹੈ। ਜੋਤਿਅੰ ਕਹੀਏ ਪ੍ਰਕਾਸ਼ ਰੂਪ, ਭਾਵ ਉਹ ਸਦਾ ਹੀ ਵਾਹਿਗੁਰੂ ਪ੍ਰਕਾਸ਼ ਸਰੂਪ ਹੈ। ਕਿਉਂ ਉਂਝ ਦੇ ਖਟ ਜੋਤੀਆਂ ਹੈ, ਸੂਰਜ, ਚੰਦਰਮਾ, ਬਿਜਲੀ, ਅੱਗ, ਜੁਗਨੂ, ਬੁੱਧੀ, ਇਹ 6 ਜੋਤੀਆਂ ਹੈ। ਇਹਨਾਂ ਵਿੱਚ ਜਿਹੜਾ ਪ੍ਰਕਾਸ਼ ਹੈ ਉਹ ਉਸ ਅਕਾਲ ਪੁਰਖ ਦਾ ਹੀ ਪ੍ਰਕਾਸ਼ ਹੈ। ਜਦੋਂ ਮਹਾਂਪਰਲੇ ਹੁੰਦੀ ਹੈ ਤਾਂ ਉਦੋਂ 6 ਜੋਤੀਆਂ ਨਹੀਂ ਰਹਿ ਜਾਂਦੀਆਂ, ਨਾ ਜੀਵ ਰਹਿੰਦੇ, ਨਾ ਸੂਰਜ, ਨਾ ਚੰਦਰਮਾ, ਨਾ ਬਿਜਲੀ। ਉਦੋਂ ਤੇ ਅਰਬਦ ਨਰਬਦ ਧੁੰਦੂ ਘਾਰਾ, ਅਤੇ ਉਦੋਂ ਕੁਝ ਵੀ ਨਹੀਂ ਰਹਿ ਜਾਂਦਾ। ਪਰ ਉਹ ਪ੍ਰਕਾਸ਼ ਰੂਪ ਵਾਹਿਗੁਰੂ ਸਦਾ ਹੀ ਹੈ, ਜਿਹਦਾ ਆਪਣਾ ਪ੍ਰਕਾਸ਼ ਕਰੋੜਾਨ ਕਰੋੜ ਸੂਰਜਾਂ ਨੂੰ ਵੀ ਮਾਤ ਪਾ ਦਿੰਦਾ ਹੈ। ਇਹ 6 ਜੋਤੀਆਂ ਵੀ ਉਸ ਦੀ ਜੋਤ ਕਰਕੇ ਹੈ, ਉਹਦੀ ਸੱਤਾ ਕਰਕੇ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਉਹਦੇ ਚਾਨਣ ਕਰਕੇ ਸਾਰਿਆਂ ਚਾਨਣ ਹੋ ਰਿਹਾ ਹੈ। ਤਾਂ ਕਰਕੇ ਮਹਾਰਾਜ ਕਹਿ ਰਹੇ ਹੈ, ਏਕ ਜੋ ਵਾਹਿਗੁਰੂ ਅੰਤਰਜਾਮੀ ਹੈ, ਅਕਾਲ ਪੁਰਖ ਅਤੇ ਸੱਚੇ ਪਾਤਸ਼ਾਹ ਜੋ ਜੋਤੀ ਸਰੂਪ ਹੈ, ਪ੍ਰਕਾਸ਼ ਰੂਪ ਹੈ ਸਦਾ। ਭਾਵ ਸੂਰਜ, ਚੰਦਰਮਾ ਅਤੇ ਜੋਤੀ ਤੋਂ ਬਿਨਾਂ ਹੋ ਜਾਣਗੇ ਮਹਾਂਪਰਲੇ ਦੇ ਸਮੇਂ, ਪਰ ਉਹ ਸਦਾ ਹੀ ਰਹੇਗਾ। ਅਜੂਨੀ, ਜੂਨਾਂ ਤੋਂ ਰਹਿਤ ਹੈ, ਕਿਉਂਕਿ ਉਹ ਜੂਨਾਂ 'ਚ ਨਹੀਂ ਪੈਂਦਾ, ਅਕਾਲ ਮੂਰਤ ਹੈ। ਤਾਂ ਕਰਕੇ ਜਦੋਂ ਅਕਾਲ ਹੀ ਮੂਰਤ ਹੈ ਅਤੇ ਫਿਰ ਉਹ ਜੂਨਾਂ 'ਚ ਕਿਵੇਂ ਪਏਗਾ? ਉਹਦੀ ਤਾਂ ਹਸਤੀ ਮਿਟਦੀ ਨਹੀਂ। ਜੂਨਾਂ ਤੋਂ ਰਹਿਤ ਸਰੂਪ ਹੈ। ਮਹਾਦੇਵ ਦੇਵੰ ਮਹਾਭੂਪ ਭੂਪੰ। ਮਹਾਦੇਵ ਕਹੀਏ ਜੋ ਮਹਾਦੇਵ ਹੈ, ਸ਼ਿਵ ਜੀ ਮੰਨਿਆ ਹੋਇਆ। ਜਿਹੜੇ ਸ਼ਿਵ ਜੀ ਨੂੰ ਮੰਨਦੇ ਆ ਉਹ ਕਹਿੰਦੇ ਆ ਵੀ ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨਹਿ ਭੇਵਾ। ਸ਼ਿਵ ਜੀ ਨੂੰ ਕਲਿਆਣ ਸਰੂਪ ਮੰਨਿਆ ਹੋਇਆ। ਉਂਝ ਸ਼ਿਵ ਜੀ ਦਾ ਵੀ ਅੰਤ ਸੰਘਾਰ ਹੁੰਦਾ ਹੈ। ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਸਭ ਕੁਝ ਹੀ ਮਿਟ ਜਾਣ ਵਾਲੇ ਹੈ। ਇਹ ਮਹਾਦੇਵ ਜੋ ਸ਼ਿਵ ਜੀ ਹੈ, ਉਸ ਦੇ ਵੀ ਦੇਵਤੇ ਹਨ। ਮਹਾਰਾਜ ਉਹ ਅਕਾਲ ਪੁਰਖ ਨਿਰਗੁਣ ਸਰੂਪ, ਉਹਦੇ ਵੀ ਦੇਵ ਕਹੀਏ ਮਾਲਕ ਹਨ। ਜੋ ਮਹਾਦੇਵ, ਹੁਣ ਕਈਆਂ ਨੇ ਵਿਸ਼ਨੂੰ ਮੰਨੇ ਹੈ, ਵਿਸ਼ਨੂੰ ਭਗਵਾਨ ਜੀ, ਉਹ ਮਹਾਦੇਵ ਵਿਸ਼ਨੂੰ ਜੀ ਦੇ ਵੀ ਜੋ ਦੇਵਤੇ ਹਨ। ਮਹਾਦੇਵ ਦੇਵ, ਦੇਵਤਿਆਂ ਦੇ ਜੋ ਵੱਡੇ ਦੇਵਤੇ ਹਨ। ਜੋ ਬ੍ਰਹਮਾ ਦੇ ਜਿਹਨੂੰ ਬ੍ਰਹਮਾ ਨੂੰ ਮਹਾਦੇਵਤਾ ਮੰਨਿਆ, ਉਹਦੇ ਤੋਂ ਵੀ ਜੋ ਵੱਡੇ ਹਨ।
ਮਹਾਦੇਵ ਜਿੰਨੇ ਦੇਵਤੇ ਹੈ ਨਾ ਵੱਡੇ ਵੱਡੇ, ਜੋ ਸਾਰਿਆਂ ਦਾ ਹੀ ਦੇਵਤਾ ਹੈ, ਜੋ ਸਾਰਿਆਂ ਤੋਂ ਹੀ ਵੱਡਾ ਹੈ। ਤੇ ਸਿੱਧਾ ਜਿਹਾ ਵੀ ਮਹਾਦੇਵ ਜੋ ਸ਼ਿਵ ਜੀ, ਬ੍ਰਹਮਾ, ਵਿਸ਼ਨੂੰ ਇਤਿਆਦਿਕ ਸਾਰੇ ਦੇਵਤਿਆਂ ਨੂੰ ਦੇਵ ਕਹੀਏ ਪ੍ਰਕਾਸ਼ ਦੇ ਰਿਹਾ ਹੈ। ਮਹਾਭੂਪ ਭੂਪੰ ਜੋ ਰਾਜਿਆਂ ਦਾ ਵੱਡਾ ਰਾਜਾ ਹੈ, ਮਹਾਨ। ਨਿਰੰਕਾਰ ਨਿਤਯੰ ਨਿਰੂਪੰ ਨਿਰਵਾਣੰ, ਨਿਰੰਕਾਰ ਸਰੂਪ ਹੈ, ਆਕਾਰ ਨਹੀਂ ਹੈ ਉਹਦਾ ਕੋਈ, ਆਕਾਰ ਤੋਂ ਰਹਿਤ ਹੈ। ਨਿਰਹੰਕਾਰ, ਅਹੰਕਾਰ ਤੋਂ ਰਹਿਤ ਹੈ। ਨਿਤਯੰ ਨਿਤ ਸਰੂਪ ਹੈ। ਤ੍ਰੈਕਾਲ ਅਬਾਦਤਵੰ ਸਤਤਵੰ ਨਿਤ ਸਰੂਪ ਹੈ। ਨਿਰੂਪੰ, ਨਿਰੂਪੰ ਕਹੀਏ ਜਿਸ ਦਾ ਆਕਾਰ ਨਹੀਂ ਹੈ, ਆਕਾਰ ਤੋਂ ਰਹਿਤ ਹੈ, ਕਿਸੇ ਰੂਪ ਵਿੱਚ ਨਹੀਂ ਆਉਂਦਾ ਹੈ। ਕਲੰਕਾਰਣਯੰ ਨਮੋ ਖੜਗਪਾਣੰ, ਜਿਸ ਉਸ ਦਾ ਕੋਈ ਆਪਣਾ ਰੂਪ ਨਹੀਂ ਹੈ, ਆਕਾਰ ਨਹੀਂ ਹੈ। ਨਿਰਬਾਣੰ, ਫਿਰ ਬਾਣ ਨਾਮ ਦੁੱਖ ਦਾ, ਜੋ ਦੁੱਖਾਂ ਤੋਂ ਰਹਿਤ ਹੈ ਤੇ ਦੁੱਖਾਂ ਤੋਂ ਰਹਿਤ ਕਰ ਦੇਣ ਵਾਲਾ ਹੈ। ਬਾਣ ਕਹੀਏ ਜੋ ਆਦਤ ਹੈ ਬੁਰੀਆਂ, ਉਹਨਾਂ ਆਦਤਾਂ ਤੋਂ ਰਹਿਤ ਹੈ। ਫਿਰ ਜਿਹੜੀ ਬਾਣੀ ਹੈ ਪਰਾ ਪਸੰਤੀ ਮਧਵਾ ਬੈਖਰੀ, ਇੱਥੇ ਸਰੀਰ ਵਿੱਚ ਇਸ ਤੋਂ ਵੀ ਰਹਿਤ ਹੈ, ਕਿਉਂਕਿ ਨਿਰਗੁਣ ਸਰੂਪ ਦਾ ਕੋਈ ਸਰੀਰ ਨਹੀਂ ਹੈ। ਇਹ ਸਰੀਰ ਵਿੱਚ ਪਰਾ ਬਸੰਤੀ ਮਧਵਾ ਬੈਖਰੀ, ਰਾਜਸੀ ਤਾਮਸੀ ਸਤੋਗੁਣੀ ਬਾਣੀ ਇਹਨਾਂ ਤੋਂ ਪਰੇ ਹੈ। ਤੇ ਨਿਰਵਾਣ ਜਿਹੜੀ ਵਿਸ਼ੇਸ਼ ਬਾਣੀ ਆਕਾਸ਼ ਬਾਣੀ ਸਰੂਪ ਹੈ। ਕਲੰਕਾਰਣਯੰ ਨਮੋ ਖੜਗਪਾਣੰ, ਕਲੰ ਕਹੀਏ ਜੋ ਕਲ ਨਾਮ ਕਲੇ ਦਾ ਹੈ, ਕਿਉਂਕਿ ਪੰਜ ਤੱਤਾਂ ਤੋਂ ਸਰੀਰ ਬਣਦੇ ਹੈ, ਸਰੀਰਾਂ ਵਿੱਚ ਹੀ ਫਿਰ ਕਲੇ ਛਿੜਦੀ ਹੈ, ਉਹਦੀ ਸੱਤਾ ਕਰਕੇ ਇਹ ਨਾ ਕਲੇ ਹੁੰਦੀ। ਮਰੇ ਨੇ ਕਿਹਨੇ ਲੜਨਾ ਹੈ, ਜੋ ਕਲੇ ਦਾ ਵੀ ਕਾਰਨ ਹੈ, ਉਹ ਸਰੀਰ ਦਾ ਕਾਰਨ ਹੈ ਤੇ ਫਿਰ ਕਲੇ ਦਾ ਵੀ ਕਾਰਨ ਹੈ, ਸਭ ਦਾ ਇੱਕ ਕਾਰਨ ਸੱਤਾ ਕਰਕੇ। ਕਲੰਕ ਕਹੀਏ ਸ਼ਾਂਤੀ ਨੂੰ ਵੀ ਕਿਹਾ ਜਾਂਦਾ ਹੈ, ਜੋ ਸਾਰੀ ਸ਼ਾਂਤੀ ਦਾ ਕਾਰਨ ਹੈ ਵਾਹਿਗੁਰੂ, ਸ਼ਾਂਤੀ ਉਹ ਬਖਸ਼ਣ ਵਾਲਾ ਹੈ। ਕਲੰਕ ਜਿਹੜੀਆਂ ਜਿੰਨੀਆਂ ਸ਼ਕਤੀਆਂ ਵੱਡੇ ਵੱਡੇ ਦੇਵੀ ਦੇਵਤਿਆਂ, ਰਿਸ਼ੀਆਂ ਮੁਨੀਆਂ, ਤਪਿਆਂ ਵਿਸ਼ਰਿਆਂ ਤੋਂ, ਉਹ ਸਾਰੀਆਂ ਸ਼ਕਤੀਆਂ ਦਾ ਜੋ ਕਾਰਨ ਹੈ। ਕਲੰਕ ਨਾਮ ਸੁੰਦਰ ਦਾ ਵੀ ਹੈ, ਜੋ ਜਿੰਨੀਆਂ ਸੁੰਦਰਤਾ ਭਾਵੇਂ ਮਨੁੱਖਾਂ ਵਿੱਚ ਹੈ, ਆ ਕਈ ਜਾਨਵਰ ਹੀ ਇੰਨੇ ਸੋਹਣੇ ਬਣੇ ਹੁੰਦੇ ਹੈ, ਬਨਸਪਤੀ ਤਰ੍ਹਾਂ ਤਰ੍ਹਾਂ ਦੇ ਫੁੱਲਾਂ ਵਾਲੀ, ਪਹਾੜਾਂ 'ਤੇ ਬਰਫ਼ ਪਈ ਹੈ, ਉਹ ਝੀਲਾਂ ਦੀ ਸੁੰਦਰਤਾ, ਤਾਰਿਆਂ ਦੀ ਸੁੰਦਰਤਾ, ਸੂਰਜ ਮਾਂ ਦੀ, ਚੰਦਰਮਾ ਦੀ, ਜਿੰਨੇ ਵੀ ਬ੍ਰਹਿਮੰਡ ਵਿੱਚ ਚੀਜ਼ਾਂ ਹਨ, ਇਹ ਜਿੰਨੀ ਸੁੰਦਰਤਾ ਹੈ, ਭਾਵੇਂ ਉਹ ਬੰਦੇ ਦੀਆਂ ਬਣਾਈਆਂ ਹੈ ਤੇ ਭਾਵੇਂ ਉਹ ਪਰਮਾਤਮਾ ਵੱਲੋਂ ਬਣੀਆਂ ਹੋਈਆਂ ਹੈ, ਸਾਰੀਆਂ ਸੁੰਦਰਤਾ ਦਾ ਜੋ ਕਾਰਨ ਹੈ। ਕਲੰਕ ਕਹੀਏ ਫਿਰ ਜੋ ਕਲਯੁਗ ਦਾ ਕਾਰਨ ਹੈ, ਕਲਯੁਗ ਦਾ ਵੀ ਉਹੀ ਕਾਰਨ ਮਹਾਰਾਜ, ਜੇ ਉਹ ਯੁੱਗਾਂ ਦੀ ਮਰਿਆਦਾ ਨਾ ਬਣਦੇ, ਸਤਯੁਗ ਨਾ ਹੁੰਦਾ, ਫਿਰ ਤ੍ਰੇਤਾ ਨਾ ਹੁੰਦਾ, ਦੁਆਪਰ ਤੋਂ ਬਾਅਦ ਕਲਯੁਗ ਨਾ ਹੁੰਦਾ। ਇਹ ਸਾਰੇ ਯੁੱਗਾਂ ਦੇ ਕਾਰਨ ਵਾਹਿਗੁਰੂ ਆਪ ਹੀ ਹੈ। ਕਲੰਕ ਕਹੀਏ ਕਲਯੁਗ ਦਾ ਵੀ ਜੋ ਕਾਰਨ ਹੈ, ਸੁੰਦਰਤਾ ਦਾ, ਕਲ ਕਹੀਏ ਕਲੇ ਦਾ, ਸ਼ਾਂਤੀ ਦਾ, ਇਵੇਂ ਸ਼ਕਤੀਆਂ ਦਾ ਜੋ ਕਾਰਨ ਹੈ। ਨਮੋ ਖੜਗ ਪਾਨੰ, ਤੇ ਐਸਾ ਵਾਹਿਗੁਰੂ ਜਿਸ ਦੇ ਹੱਥ ਵਿੱਚ ਖੜਗ ਤਲਵਾਰ ਹੈ, ਖੜਗ ਕੇਤ ਮੈਂ ਸਰਨ ਤਿਹਾਰੀ, ਜਿਸ ਨੇ ਆਪਣੇ ਹੱਥ ਵਿੱਚ ਸਰਗੁਣ ਸਰੂਪ ਰੂਪ ਵਿੱਚ ਖੜਗ ਧਾਰਨ ਕੀਤੀ ਹੋਈ ਹੈ, ਉਸ ਖੜਗ ਧਾਰਨ ਕਰਨ ਵਾਲੇ ਨੂੰ ਨਮਸਕਾਰ ਹੈ ਸਾਡੀ। ਜਾਂ ਖੜਗ ਨਾਮ ਹੈ ਸ਼ਕਤੀ ਦਾ, ਜਿਸ ਨੇ ਆਪਣੇ ਹੱਥਾਂ ਵਿੱਚ ਬੇਅੰਤ ਮਹਾਨ ਸ਼ਕਤੀ ਰੱਖੀ ਹੋਈ ਹੈ, ਤੇ ਉਸ ਵਾਹਿਗੁਰੂ ਨੂੰ ਨਮਸਕਾਰ ਹੈ। ਨਿਰੰਕਾਰ ਨਿਰਭਕਾਰ ਨਿਤਯੰ ਨਿਰਾਲੰ, ਨਿਰੰਕਾਰ ਜੋ
ਨਿਰੰਕਾਰ ਆਕਾਰ ਤੇ ਹੰਕਾਰ ਤੋਂ ਰਹਿਤ ਹੈ। ਨਿਰਵਿਕਾਰ ਜੋ ਵਿਕਾਰਾਂ ਤੋਂ ਰਹਿਤ ਹੈ, ਮੰਦਿਆਂ ਵਿਕਾਰਾਂ ਤੋਂ, ਜਿਸ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕੁਝ ਵੀ ਨਹੀਂ, ਭਾਵ ਨਿਰਲੇਪ ਹੈ ਵਿਕਾਰਾਂ ਤੋਂ। ਨਿਤਯੰ ਕਹੀਏ ਜੋ ਨਿਤ ਸਰੂਪ ਹੈ। ਨਿਰਾਲੰ ਜੋ ਨਿਰਾਲੰ ਕਹੀਏ ਵੱਖਰਾ ਹੈ, ਨਿਰਾਲਾ ਹੈ ਸਭ ਤੋਂ, ਭਾਵ ਨਿਰਲੇਪ ਹੈ। ਫਿਰ ਨਿਰਆਲੰ, ਆਲੰ ਨਾਮ ਘਰ ਦਾ ਹੁੰਦਾ, ਜਿਸ ਦਾ ਕੋਈ ਘਰ ਨਹੀਂ ਹੈ, ਘਰ ਤੋਂ ਰਹਿਤ ਹੈ। ਨਾ ਬ੍ਰਿਧੰ ਬਸੇਖੰ ਨਾ ਤਰਨੰ ਨਾ ਬਾਲੰ। ਨਾ ਬ੍ਰਿਧੰ ਜੋ ਖਾਸ ਵਜ੍ਹਾ ਕਰਕੇ ਬੁੱਢਾ ਬਜ਼ੁਰਗ ਨਹੀਂ ਹੁੰਦਾ ਹੈ, ਭਾਵ ਨਾ ਉਹ ਬੁੱਢਾ ਹੀ ਹੈ ਵਿਸ਼ੇਸ਼ ਕਰਕੇ, ਨਾ ਉਹ ਜਵਾਨ ਹੀ ਹੈ ਵਾਹਿਗੁਰੂ, ਨਾ ਉਹ ਬਾਲੰ ਕਹੀਏ ਬੱਚਾ ਹੀ ਹੈ, ਕਿਉਂਕਿ ਉਹ ਤਾਂ ਨਿਰਗੁਣ ਸਰੂਪ ਪ੍ਰਕਾਸ਼ ਹੀ ਪ੍ਰਕਾਸ਼। ਸਰੀਰ ਹੀ ਨਹੀਂ ਹੈਗਾ ਜਦੋਂ, ਅਤੇ ਸਰੀਰ ਹੋਊਗਾ ਅਤੇ ਬੱਚਾ ਬੁੱਢਾ ਅਤੇ ਜਵਾਨ ਹੋਊਗਾ ਨਾ, ਉਹ ਤਾਂ ਸਰੀਰ ਹੀ ਹੈ ਨਹੀਂ ਹੈ, ਪ੍ਰਕਾਸ਼ ਹੀ ਰੂਪ ਹੈ, ਮਹਾਂਪ੍ਰਕਾਸ਼ ਹੈ ਉੱਥੇ। ਅਤੇ ਇਸ ਕਰਕੇ ਨਿਰਗੁਣ ਸਰੂਪ ਦਾ ਮਹਾਰਾਜ ਕਥਨ ਕਰ ਰਿਹਾ, ਨਾ ਉਹ ਬੁੱਢਾ ਹੈ ਵਿਸ਼ੇਸ਼ ਕਰਕੇ, ਨਾ ਉਹ ਜਵਾਨ ਹੈ ਵਾਹਿਗੁਰੂ, ਨਾ ਹੀ ਉਹ ਵਾਹਿਗੁਰੂ ਜਿਹੜਾ ਹੈ ਸਾਧ ਸੰਗਤ ਜੀ ਬੱਚਾ ਬਾਲਕੀ ਹੈ। ਨਾ ਰੰਕੰ ਨਾ ਰਾਯੰ ਨਾ ਰੂਪੰ ਨਾ ਰੇਖੰ। ਨਾ ਉਹ ਗਰੀਬੀ ਹੈ, ਨਾ ਉਹ ਗਰੀਬ ਹੈ, ਨਾ ਰਾਇੰ, ਨਾ ਉਹ ਕੰਗਲਾ ਕੰਗਾਲ ਵੀ ਨਹੀਂ ਹੈ, ਅਤੇ ਨਾ ਉਹ ਰਾਜਾ ਹੀ ਹੈ ਨਿਰਗੁਣ ਸਰੂਪ 'ਚ। ਸਰੀਰ ਹੈ ਜਿੱਥੇ ਸਰੀਰ ਨਾਲ ਇਹ ਸਾਧ ਸੰਗਤ ਜੀ ਉਪਾਧੀਆਂ ਹੁੰਦੀਆਂ ਵੀ ਆਹ ਅਮੀਰ ਹੈ ਆਹ ਗਰੀਬ ਹੈ। ਜਿੱਥੇ ਸਰੀਰ ਨਹੀਂ ਹੈ ਉੱਥੇ ਕੀ ਉਪਾਧੀ ਹੋਊਗੀ। ਜਿੱਥੇ ਪ੍ਰਕਾਸ਼ ਹੈ, ਆਹ ਜਿਹੜਾ ਚਾਨਣ ਹੈ, ਹੁਣ ਚਾਨਣ ਕਦੀ ਬੁੱਢਾ ਜਵਾਨ ਥੋੜ੍ਹੀ ਹੁੰਦਾ ਹੈ, ਜੋ ਚਾਨਣ ਉਸੇ ਤਰ੍ਹਾਂ ਰਹਿੰਦਾ ਹੈ। ਬਲਬ 'ਚ ਤਬਦੀਲੀ ਆ ਸਕਦੀ ਹੈ ਪਰ ਚਾਨਣ ਵਿੱਚ ਨਹੀਂ। ਆ ਪ੍ਰਕਾਸ਼ ਥੋੜ੍ਹੀ ਕਦੀ ਬੁੱਢਾ ਹੁੰਦਾ, ਪ੍ਰਕਾਸ਼ ਥੋੜ੍ਹੀ ਕਦੀ ਜਿਹੜਾ ਹੈ ਕੰਗਾਲ ਹੁੰਦਾ ਅਮੀਰ ਹੁੰਦਾ। ਉਹ ਇਸੇ ਤਰ੍ਹਾਂ ਵਾਹਿਗੁਰੂ ਪ੍ਰਕਾਸ਼ ਹੀ ਪ੍ਰਕਾਸ਼ ਹੈ ਮਹਾਨ। ਨਾ ਉਹ ਰੰਕੰ ਕਹੀਏ ਗਰੀਬ ਕੰਗਾਲ ਹੈ, ਨਾ ਉਹ ਰਾਇੰ ਕਹੀਏ ਧਨਾਢ ਰਾਜਾ ਹੈ, ਨਾ ਰੂਪੰ ਨਾ ਉਸਦਾ ਕੋਈ ਰੂਪ ਆਕਾਰੀ ਹੈ, ਨਾ ਦਾ ਕਾਲਾ ਚਿੱਟਾ ਗੋਰਾ ਸਾਂਵਲਾ ਇਹ ਵੀ ਰੂਪ ਨਹੀਂ ਹੈ, ਅਤੇ ਨਾ ਰੇਖੰ ਨਾ ਹੀ ਮੱਛ ਕੱਛ ਆਦਿਕ ਰੇਖਾ ਹੀ ਹੈ, ਜਿਵੇਂ ਸਾਡੇ ਮੱਥੇ 'ਤੇ ਗਲ 'ਤੇ ਪੇਟ 'ਤੇ ਹੱਥਾਂ ਵਿੱਚ ਰੇਖਾਵਾਂ ਹਨ ਸਰੀਰ ਕਰਕੇ, ਉਹਦੀ ਕੋਈ ਮੱਛ ਕੱਛ ਆਦਿਕ ਕੋਈ ਰੇਖਾ ਨਹੀਂ, ਨਿਸ਼ਾਨ ਨਹੀਂ ਹੈ। ਨਾ ਰੰਗੰ ਨਾ ਰਾਗੰ ਅਪਾਰੰ ਅਪੇਖੰ। ਨਾ ਰੰਗੰ ਕਹੀਏ ਨਾ ਉਹ ਕਿਸੇ ਰੰਗ ਵਾਲਾ ਹੀ ਹੈ, ਨਾ ਦਾ ਕੋਈ ਰੰਗ ਹੀ ਹੈ ਕਿਸੇ ਰੰਗ ਪ੍ਰਕਾਰ ਦਾ, ਲਾਲ ਚਿੱਟਾ ਹਰਾ ਨੀਲਾ ਗੋਰਾ ਚਿੱਟਾ ਕੋਈ ਰੰਗ ਨਹੀਂ ਹੈ ਉਹਦਾ। ਨਾ ਰਾਗੰ ਨਾ ਨੂੰ ਕਿਸੇ ਨਾਲ ਰਾਗ ਕਹੀਏ ਪ੍ਰੇਮ ਮੋਹ ਹੀ ਹੈ। ਅਪਾਰੰ ਪਾਰਾਵਾਰ ਤੋਂ ਰਹਿਤ, ਬੇਅੰਤੀ ਬੇਅੰਤ ਹੈ, ਪ੍ਰਕਿਰਤੀ ਤੋਂ ਪਰੇ ਹੈ। ਅਭੇਖੰ ਭੇਖਾਂ ਤੋਂ ਰਹਿਤ ਹੈ, ਉਹਦਾ ਕੋਈ ਭੇਖ ਨਹੀਂ ਹੈ ਵੀ ਫਲਾਣਾ ਦਾ ਭੇਖ ਹੈ ਨਿਰਗੁਣ ਸਰੂਪ 'ਚ, ਅਤੇ ਭੇਖ ਨਹੀਂ ਹੈ ਉਹਦਾ। ਭੇਖ ਕਹੀਏ ਪਖੰਡ ਦਿਖਾਵੇ ਤੋਂ ਰਹਿਤ ਹੈ। ਨਾ ਰੂਪੰ ਨਾ ਰੇਖੰ ਨਾ ਰੰਗੰ ਨਾ ਰਾਗੰ। ਨਾ ਹੀ ਉਹਦਾ ਕੋਈ ਰੂਪ ਆਕਾਰ ਹੈ, ਨਾ ਕੋਈ ਮੱਛ ਖਸ ਆਦਿਕ ਦੀ ਰੇਖਾ ਹੈ, ਨਾ ਰੰਗੰ ਨਾ ਕੋਈ ਉਹਦਾ ਰੰਗ ਢੰਗੀ ਹੈ, ਨਾ ਰਾਗੰ ਨਾ ਹੀ ਉਹਦਾ ਸਾਧ ਸੰਗਤ ਜੀ ਕੋਈ ਕਿਸੇ ਨਾਲ ਪ੍ਰੇਮ ਹੈ ਜੋ ਪ੍ਰੇਮ ਸਰੂਪ ਹੀ ਹੈ, ਪਰ ਉਸਦਾ ਕਿਸੇ ਨਾਲ ਖਾਸ ਪ੍ਰੇਮ ਨਹੀਂ ਹੈ। ਨਾ ਨਾਮੰ ਨਾ ਠਾਮੰ ਮਹਾਜੋਤ ਜਾਗੰ। ਨਾ ਉਹਦਾ ਕੋਈ ਨਾਮ ਹੈ ਵੇਖੋ ਉਹਦੇ ਸਾਰੇ ਨਾਮ ਹੀ ਹੈ ਨਾ ਜਿਹੜੇ ਵੀ ਨਿਰੰਕਾਰ ਨਿਰਵਿਕਾਰ ਨਿਤਯੰ, ਪਰ ਉਹਦਾ ਖਾਸ ਕੋਈ ਨਾਮ ਨਹੀਂ, ਉਹਦਾ ਤਾਂ ਇੱਕੋ ਹੀ ਨਾਮ ਹੈ। ਉਹ ਕੀ ਹੈ? ਸਤ ਨਾਮ ਤੇਰਾ ਪਰਾ ਪੂਰਬਲਾ। ਸਤ ਜੋ ਹੈ ਨਾ ਉਹੀ ਉਹਦਾ ਨਾਮ ਹੈ, ਸਤਨਾਮ। ਉਹਦਾ ਕੋਈ ਖਾਸ ਨਾਮ ਨਹੀਂ ਹੈ ਨਿਰਗੁਣ ਸਰੂਪ 'ਚ। ਨਾ ਠਾਮੰ ਨਾ ਦਾ ਕੋਈ ਟਿਕਾਣਾ ਹੀ ਹੈ, ਕੋਈ ਖਾਸ ਟਿਕਾਣਾ ਨਹੀਂ ਵੀ ਉੱਥੇ ਰਹਿੰਦਾ ਇਹਦੇ ਇੱਥੇ ਨਹੀਂ ਰਹਿੰਦਾ, ਇੱਥੇ ਰਹਿੰਦਾ ਉੱਥੇ ਨਹੀਂ ਰਹਿੰਦਾ ਹੈ, ਕੋਈ ਖਾਸ ਥਾਂ ਨਹੀਂ ਹੈ ਰਹਿਣ ਵਾਲੀ। ਮਹਾਜੋਤ ਜਾਗੰ
ਮਹਾਨ ਜੋਤੀ ਸਰੂਪ ਹੈ, ਮਹਾਨ ਜੋਤੀ ਉਹਦੀ ਜਾਗ ਰਹੀ ਹੈ, ਸਭ ਥਾਂ ਤੇ ਪ੍ਰਕਾਸ਼ ਹੋ ਰਹੀ ਹੈ। ਨਾ ਦਵੈਖੰ ਨਾ ਭੇਖੰ ਨਿਰੰਕਾਰ ਨਿਤਯੰ। ਨਾ ਦਵੈਖੰ, ਨਾ ਨੂੰ ਕਿਸੇ ਨਾਲ ਦਵੈਖ ਹੈ, ਈਰਖਾ ਹੈ, ਕਿਸੇ ਨਾਲ ਦਾ ਦਵੈਸ਼ ਭਾਵ ਨਹੀਂ ਹੈ, ਦੂਜਾ ਭਾਵ ਨਹੀਂ ਹੈ, ਦੂਜਾ ਭਾਵ ਨਹੀਂ ਉਹਦੇ ਅੰਦਰ, ਦਵੈਸ਼ ਨਹੀਂ, ਈਰਖਾ ਨਹੀਂ ਹੈ। ਨਾ ਭੇਖੰਗ, ਕੋਈ ਉਹਦਾ ਭੇਖ ਨਹੀਂ ਹੈ। ਨਿਰੰਕਾਰ ਸਰੂਪ ਹੈ, ਨਿਤਯੰ ਕਹੀਏ ਨਿਤ ਸਰੂਪ ਹੈ। ਮਹਾਜੋਗ ਜੋਗੰ ਸੋ ਪਰਮੰ ਪਵਿੱਤਯੰ। ਇੱਥੇ ਜੋ ਨਿਤਯੰ ਪਾਠ ਨੰਨੇ ਸਿਆਰੀ ਤੱਤੇ ਸਿਆਰੀ ਯਈਆ ਪੂਰਾ ਉਹਦੇ 'ਤੇ ਟਿੱਪੀ ਹੈ। ਕਈ ਥਾਂ ਅਦਕ ਲਾ ਕੇ ਇਹ ਤੱਤੇ ਨੂੰ ਸਿਆਰੀ ਵੀ ਨਹੀਂ ਪਾਈ ਹੈ ਅਤੇ ਯਈਆ ਵੀ ਉਹ ਪਾਉਣਾ ਲਿਖਿਆ ਹੋਇਆ ਹੈ। ਇਹ ਪਾਠ ਸ਼ੁੱਧ ਨਹੀਂ ਹੈ। ਨੰਨੇ ਸਿਆਰੀ ਤੱਤੇ ਸਿਆਰੀ ਯਈਆ ਪੂਰਾ ਉੱਤੇ ਜਿਹੜੀ ਟਿੱਪੀ ਹੈ ਇਹ ਸ਼ੁੱਧ ਪਾਠ ਸਮਝਣਾ ਹੈ। ਮਹਾਜੋਗ ਜੋਗੰ ਸੋ ਪਰਮੰ ਪਵਿੱਤਯੰ। ਮਹਾਜੋਗ, ਜੋ ਜੋਗੀ ਹੈ, ਯੋਗਾ ਅਭਿਆਸੀ, ਯੋਗਾ ਕਰਨ ਵਾਲੇ, ਹਠ ਯੋਗ ਕਰਨ ਵਾਲੇ, ਉਹਨਾਂ ਵਿੱਚੋਂ ਵੱਡਾ ਮਹਾਨ ਜੋਗੀ ਹੈ। ਜੋ ਯੋਗੰ ਕਹੀਏ ਜੁੜਨ ਵਾਲੇ, ਉਹਨਾਂ 'ਚ ਜੁੜਨ ਵਾਲਿਆਂ ਵਿੱਚੋਂ ਮਹਾਨ ਜੁੜਨ ਵਾਲਾ ਹੈ ਆਪਣੇ ਸਰੂਪ ਵਿੱਚ ਹੀ। ਸੋ ਪਰਮੰ ਪਵਿੱਤਯੰ, ਤੇ ਬਹੁਤ ਹੀ ਉਹ ਪਵਿੱਤਰ ਸਰੂਪ ਹੈ। ਅਜੇਯੰ ਅਪੇਯੰ ਅਨਾਮੰ ਅਠਾਮੰ। ਅਜੇਯੰ ਕਹੀਏ ਜਿੱਤ ਤੋਂ ਰਹਿਤ ਹੈ, ਅਜਿੱਤ ਹੈ, ਉਹਨੂੰ ਜਿੱਤਿਆ ਨਹੀਂ ਜਾ ਸਕਦਾ। ਫਿਰ ਜੇਯੰ ਕਹੀਏ ਹੁੰਦਾ ਹੈ ਤੱਕਣਾ, ਉਹ ਤੱਕਣੇ ਤੋਂ ਵੀ ਰਹਿਤ, ਕਿਉਂਕਿ ਉਹ ਅਗਮ ਹੈ, ਮਨ ਬੁੱਧ ਤੋਂ ਪਰੇ ਹੈ ਅਤੇ ਇੰਦਰੀਆਂ ਤੋਂ ਵੀ ਪਰੇ ਹੈ। ਜੇਯੰ ਕਹੀਏ ਫਿਰ ਹੜੱਪਣ ਦਾ ਕਹੀਦਾ, ਹੜੱਪਣਾ, ਜੀਵਣਾ, ਛਕਣਾ, ਖਾਣਾ। ਜਿਵੇਂ ਭਾਈ ਮਰਦਾਨਾ ਜੀ ਨੂੰ ਉਹ ਦੈਂਤ ਅੰਦਰ ਲੰਘਾ ਗਿਆ ਸੀ, ਦੈਂਤ ਵੱਡੇ ਵੱਡੇ ਖਾ ਜਾਂਦੇ ਹੈ। ਜਾਂ ਜਿਵੇਂ ਕਾਲ ਦਾ ਮੂੰਹ ਇੰਨਾ ਵੱਡਾ ਹੈ ਕਿ ਸਾਰੀ ਸ੍ਰਿਸ਼ਟੀ ਖਾ ਰਿਹਾ ਹੈ, ਪਰ ਉਸ ਨੂੰ ਨਹੀਂ ਖਾ ਸਕਦਾ ਕਿਉਂਕਿ ਉਹਦਾ ਵੀ ਉਹ ਕਾਲ ਹੈ। ਇਵੇਂ ਜੇਯੰ ਕਾਲ ਉਹ ਹੜੱਪਿਆ ਨਹੀਂ ਜਾ ਸਕਦਾ, ਜੀਵਿਆ ਨਹੀਂ ਜਾ ਸਕਦਾ, ਤੱਕਿਆ ਨਹੀਂ ਜਾ ਸਕਦਾ, ਅਜਿੱਤ ਸਰੂਪ ਹੈ। ਅਭੇਯੰ ਭੇਦ ਤੋਂ ਰਹਿਤ ਹੈ। ਅਨਾਮੰ ਉਹਦਾ ਕੋਈ ਖਾਸ ਨਾਮ ਨਹੀਂ ਹੈ। ਅਠਾਮੰਗ ਉਹਦਾ ਕੋਈ ਖਾਸ ਟਿਕਾਣਾ ਨਹੀਂ ਹੈ। ਮਹਾਜੋਗ ਜੋਗੰ ਮਹਾਕਾਮ ਕਾਮੰ। ਮਹਾਨੀ ਜਿਹੜੇ ਜੋਗੀ ਅਭਿਆਸੀ, ਯੋਗਾ ਕਰਨ ਵਾਲੇ ਹਠ ਜੋਗੀ ਹੈ, ਉਹਨਾਂ ਵਿੱਚੋਂ ਜੋਗੀਆਂ ਵਿੱਚੋਂ ਵੱਡਾ ਜੋਗੀ ਹੈ। ਮਹਾਕਾਮ ਕਾਮੰ, ਜਿਹੜੇ ਕਾਮ ਕਈ ਕੰਮ ਹਨ, ਕੰਮ ਕਰਨ ਵਾਲਿਆਂ ਵਿੱਚੋਂ ਮਹਾਨ ਕਾਮਾ ਹੈ, ਵੱਡਾ ਕਾਮਾ ਹੈ ਵਾਹਿਗੁਰੂ। ਫਿਰ ਕਾਮ ਜਿਹੜੀਆਂ ਕਾਮਨਾ ਹੈ, ਕਾਮਨਾ ਪੂਰੀਆਂ ਕਰਨ ਵਾਲੇ, ਕਾਮਨਾਵਾਂ ਨੂੰ ਪੂਰਾ ਕਰਨ ਵਾਲੇ, ਮਹਾਨ ਕਾਮਨਾ ਪੂਰਾ ਕਰਨ ਵਾਲੇ ਵਾਹਿਗੁਰੂ ਹਨ। ਕਾਮ ਫਿਰ ਕਾਮ ਜਿਹੜਾ ਹੈ, ਕਾਮੀਆਂ ਵਿੱਚੋਂ ਵੱਡੇ ਕਾਮੀ ਹਨ। ਅਲੇਖੰ ਅਭੇਖੰ ਅਨੀਲੰ ਅਨਾਦੰ। ਅਲੇਖੰ ਲੇਖੇ ਤੋਂ ਰਹਿਤ ਹਨ, ਕਿਸੇ ਹਿਸਾਬ ਕਿਤਾਬ ਵਿੱਚ ਨਹੀਂ ਆਉਂਦੇ। ਅਸੀਂ ਸਾਰੇ ਹਿਸਾਬ ਕਿਤਾਬ ਵਿੱਚ ਹਾਂ, ਅਸੀਂ ਭੇਖ ਵਿੱਚ ਹਾਂ, ਉਹ ਭੇਖ ਤੋਂ ਵੀ ਰਹਿਤ ਹੈ। ਅਨੀਲ, ਨੀਲ ਨਾਮ ਕਲੰਕ ਦਾ, ਕਲੰਕ ਤੋਂ ਵਾਹਿਗੁਰੂ ਰਹਿਤ ਹੈ, ਨੇਕ ਕਲੰਕ ਸਰੂਪ ਹੈ। ਨੀਲ ਫਿਰ ਜਿਹੜੀ ਪਦਮ ਅਰਬ ਖਰਬ, ਇਹਦੇ ਵਿੱਚ ਜਿਹੜੀ ਨੀਲ ਗਿਣਤੀ ਆਉਂਦੀ ਹੈ, ਉਸ ਗਿਣਤੀ ਮਿਣਤੀ ਤੋਂ ਵੀ ਰਹਿਤ ਹੈ। ਅਨਾਦੰ, ਨਾਦੰ ਕਹੀਏ, ਨਾਦ ਨਾਮ ਸਾਧ ਸੰਗਤ ਜੀ ਸ਼ਬਦ ਦਾ ਹੈ, ਉਹ ਸ਼ਬਦ ਤੋਂ ਵੀ ਰਹਿਤ ਹੈ। ਸੁੰਨ ਸਮਾਧੀ ਹੈ। ਚੌਥੇ ਸੁੰਨੇ ਜੋ ਨਰ ਜਾਣੇ ਤਾਕੁ ਪਾਵਨਾ ਪੁੰਨੰ, ਉਹ ਸੁੰਨ ਸਮਾਧੀ ਹੈ। ਫਿਰ ਨਾਦ ਜਿਹੜੇ ਹੈ ਉਪਦੇਸ਼ ਤੋਂ ਰਹਿਤ, ਉਹਨੂੰ ਉਪਦੇਸ਼ ਦੀ ਜ਼ਰੂਰਤ ਨਹੀਂ ਹੈ, ਉਹ ਤਾਂ ਉਪਦੇਸ਼ ਕਰਨ ਵਾਲਾ। ਨਿਰਗੁਣ ਸਰੂਪ 'ਚ ਉਪਦੇਸ਼ ਦੀ ਵੀ ਜ਼ਰੂਰਤ ਨਹੀਂ ਹੈ ਉਸਨੂੰ। ਨਾਦ ਉਪਦੇਸ਼ ਤੋਂ ਰਹਿਤ ਹੈ। ਫਿਰ ਨਾਦ ਉਹ ਅਨਾਦਿ ਹੈ,
ਉਹ ਅਨ ਆਦ, ਉਹਦਾ ਕੋਈ ਆਦ ਨਹੀਂ, ਭਾਵ ਅਨਾਦੀ ਹੈ। ਪਰਯੰ ਪਵਿੱਤਰੰ ਸਦਾ ਨਿਰਬਖਾਦੰ। ਸਰੀਰ ਤੋਂ ਵੀ ਪਰੇ ਹੈ, ਮਨ ਬੁੱਧ ਤੋਂ ਪਰੇ ਹੈ, ਮਨ ਬਾਣੀ ਸਰੀਰ ਤੋਂ ਪਰੇ ਹੈ, ਪ੍ਰਕਿਰਤੀ ਤੋਂ ਪਰੇ ਹੈ। ਤੇ ਪਰਯੰ ਕਹੀਏ ਕਿਉਂਕਿ ਉਹ ਅਗਮ ਅਗੋਚਰ ਹੈ। ਪਵਿੱਤਰ ਸਦਾ ਹੀ ਪਵਿੱਤਰ ਸਰੂਪ ਹੈ। ਨਿਰਵਿਖਾਦੰ ਝਗੜਿਆਂ ਤੋਂ ਰਹਿਤ ਹੈ, ਝਗੜੇ ਝਿੰਚ 'ਚ ਨਹੀਂ ਆਉਂਦਾ ਹੈ। ਸੋ ਆਦੰ ਅਨਾਦੰ ਅਨੀਲੰ ਅਨੰਤੰ। ਉਹ ਵਾਹਿਗੁਰੂ ਸਭ ਦਾ ਹੀ ਆਦ ਹੈ, ਸਭ ਦਾ ਹੀ ਆਦ ਹੈ, ਉਹਦੇ ਤੋਂ ਬਿਨਾਂ ਕੁਝ ਨਹੀਂ ਹੈ। ਉਹ ਸਭ ਦਾ ਆਦ ਹੈ ਪਰ ਆਪ ਅਨਾਦੀ ਹੈ, ਉਹਦਾ ਕੋਈ ਆਦ ਨਹੀਂ ਹੈ। ਅਨੀਲ ਕਹੀਏ ਗਿਣਤੀ ਤੋਂ ਰਹਿਤ ਹੈ। ਅਨੰਤੰ ਜਿਹੜਾ ਅੰਤ, ਅੰਤ ਤੋਂ ਰਹਿਤ ਹੈ, ਭਾਵ ਬੇਅੰਤ ਬੇਅੰਤੀ ਹੀ ਹੈ। ਅਦਵੈਖੰ ਅਪੇਖੰ ਮਹੇਸ਼ੰ ਮਹੰਤੰ। ਅਦਵੈਖੰ ਦਵੈਸ ਤੋਂ ਰਹਿਤ ਹੈ, ਚਿੱਤੇਪਨ ਤੋਂ ਰਹਿਤ ਹੈ, ਈਰਖਾ ਤੋਂ ਰਹਿਤ ਹੈ, ਭੇਖੰ ਭੇਖ ਤੋਂ ਰਹਿਤ ਹੈ। ਮਹੇਸ਼ੰ ਮਹੇ ਨਾਮ ਹੁੰਦਾ ਹੈ ਧਰਤੀ ਦਾ, ਧਰਤੀ ਦਾ ਮਾਲਕ ਹੈ। ਮਹੇਸ਼ ਜੋ ਸ਼ਿਵ ਜੀ ਹੈ, ਸ਼ਿਵ ਜੀ ਦਾ ਮਾਲਕ ਹੈ ਵਾਹਿਗੁਰੂ। ਮਹੇਸ਼ ਜਿਹੜੇ ਮਹਾ ਈਸ਼ਰ ਮੰਨੇ ਹੈ ਪੰਜ, ਸ਼ਿਵ ਜੀ, ਬ੍ਰਹਮਾ, ਗਣੇਸ਼, ਕੁਬੇਰ, ਇੰਦਰ, ਇਹਨਾਂ ਦਾ ਵੀ ਜੋ ਈਸ਼ ਹੈ। ਮਹੰਤੰ ਪੂਜਨੀਕ ਹੈ, ਸਤਿਕਾਰਯੋਗ ਹੈ। ਮਹੰਤੰ ਮਹਾਨ ਹੈ। ਮਹੰਤੰ ਹੰਤਾਂ ਨੂੰ ਨਾਸ ਕਰਨ ਵਾਲਾ ਹੈ, ਨਾਸ ਕਰਨ ਵਾਲਾ ਹੈ ਹੰਗਤਾ ਹੰਕਾਰ ਨੂੰ। ਨਾ ਸੋਖੰ ਨਾ ਦਰੋਹੰ ਨਾ ਮੋਹੰ। ਨਾ ਰੋਕੰ ਉਸ ਨੂੰ, ਉਹਦੇ ਵਿੱਚ ਕੋਈ ਗੁੱਸਾ ਨਹੀਂ ਹੈ, ਗੁੱਸਾ ਨਹੀਂ ਹੈ, ਨਾ ਰੁੱਖਾ ਨਹੀਂ ਹੈ, ਐਵੇਂ ਖੁਸ਼ਕ ਨਹੀਂ ਹੈ ਉਹ ਵਾਹਿਗੁਰੂ। ਨਾ ਸੋਖੰ, ਸੋਖੰ ਉਹਨੂੰ ਕੋਈ ਸੋਕਾ ਨਹੀਂ ਹੈ, ਸ਼ੋਕ ਗਾਮਨ ਨਹੀਂ ਹੈ ਅਤੇ ਉਹ ਸੁੱਕਦਾ ਵੀ ਨਹੀਂ ਹੈ। ਨਾ ਦਰੋਹੰ ਉਹ ਦਗਾ ਛਲ ਫਰੇਬ ਨਹੀਂ ਕਿਸੇ ਨਾਲ ਕਰਦਾ ਹੈ। ਨਾ ਮੋਹ ਉਹਨੂੰ ਕਿਸੇ ਨਾਲ ਮੋਹ ਵੀ ਨਹੀਂ ਹੈ। ਨਾ ਕਾਮੰ ਨਾ ਕ੍ਰੋਧੰ ਅਜੋਨੀ ਅਜੋਹੰ। ਉਸ ਵਿੱਚ ਕੋਈ ਵੀ ਕਾਮਨਾ ਨਹੀਂ ਹੈ, ਨਾ ਉਹ ਕਾਮੀ ਹੀ ਹੈ। ਨਿਰਗੁਣ ਸਰੂਪ ਦੇ ਵਿੱਚ ਪਿੱਛੇ ਆਇਆ ਹੈ ਨਾ ਵੀ ਮਹਾਕਾਮ ਕਾਮੰ, ਮਹਾਕਾਮੀਆਂ ਦਾ ਕਾਮੀ ਹੈ। ਉਹ ਸਰਗੁਣ ਸਰੂਪ 'ਚ ਜਿਹੜਾ ਇਹ ਉਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ। ਸਾਰੇ ਹੁਣ ਕਰ ਹੀ ਰਹੇ ਨਾ ਕਾਮ ਚੇਸ਼ਟਾ। ਵੀ ਗੁਰੂ ਜੀ ਨੇ ਜਿਵੇਂ ਕਿਹਾ ਹੈ, ਰਾਜ ਮੈਂ ਹੈ ਰਾਜ, ਜੋਗ ਮੈਂ ਹੈ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ, ਉਸੇ ਤਰ੍ਹਾਂ ਹੀ ਹੈ। ਉਹਦੇ ਅੰਦਰ ਕੋਈ ਕ੍ਰੋਧ ਨਹੀਂ ਹੈ, ਜੂਨਾਂ ਤੋਂ ਰਹਿਤ ਹੈ। ਅਜੋਹੰ ਤੱਕਣੇ ਤੋਂ ਰਹਿਤ ਹੈ, ਦਿਸਦਾ ਨਹੀਂ ਹੈ। ਪਰਯੰ ਪਵਿੱਤਰੰ ਪਨੀਤੰ ਪੁਰਾਣੰ। ਪਰਯੰ ਮਨ ਬੁੱਧ, ਮਨ ਬੁੱਧ ਤੋਂ ਪਰੇ ਹੈ, ਮਨ ਬਾਣੀ ਸਰੀਰ ਤੋਂ ਪਰੇ ਹੈ, ਪ੍ਰਕਿਰਤੀ ਤੋਂ ਪਰੇ ਹੈ, ਪਵਿੱਤਰ ਸਰੂਪ ਹੈ। ਪਵਿੱਤਰ 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 ਪਨੀਤ, ਐਸਾ ਪਨੀਤ ਸਰੂਪ ਹੈ। ਪੁਰਾਣੰ ਪੌਰਾਤਨ ਸਰੂਪ ਹੈ, ਅਨਾਦੀ ਹੈ, ਸਨਾਤਨੀ ਹੈ, ਸਭ ਤੋਂ ਪੁਰਾਣਾ ਹੈ। ਅਦੇਯੰ ਅਭੇਯੰ ਭਵਿੱਖਯੰ ਭਵਾਣੰ। ਆਦੇਯੰ ਭਾਵ ਉਹ ਵਾਹਿਗੁਰੂ ਜਿਹੜਾ ਹੈ ਸਾਧ ਸੰਗਤ ਜੀ ਭੇਦ ਤੋਂ ਰਹਿਤ ਹੈ। ਅਦੇਯੰ ਉਸ ਨੂੰ ਕੋਈ ਦਿੰਦਾ ਨਹੀਂ ਹੈ, ਕੋਈ ਵੀ ਚੀਜ਼ ਉਹਦੇ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਉਹ ਸਭ ਨੂੰ ਦਿੰਦਾ ਹੈ, ਕਿਸੇ ਕੋ ਸਾਧ ਸੰਗਤ ਜੀ ਲੈਂਦਾ ਨਹੀਂ ਹੈ। ਅਤੇ ਭਵਿੱਖਯੰ ਜੋ ਭਵਿੱਖ ਹੈ ਆਉਣ ਵਾਲੇ ਸਮੇਂ 'ਚ ਵੀ ਉਹੀ ਹੈ। ਭਵਾਨੰ ਜੋ ਵਰਤਮਾਨ ਚੱਲ ਰਿਹਾ ਉਦੋਂ ਵੀ ਉਹੀ ਹੀ, ਹੁਣ ਵੀ ਉਹੀ ਹੈ। ਆਉਣ ਵਾਲਾ ਜਿਹੜਾ ਪਿਛਲਾ ਭੂਤ ਲੰਘ ਗਿਆ ਉਦੋਂ ਵੀ ਉਹੀ ਸੀ। ਆਦਿ ਸੱਚ ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਇਵੇਂ ਮਾਲਕ ਵਾਹਿਗੁਰੂ ਤਿੰਨਾਂ ਸਮਿਆਂ ਵਿੱਚ ਹੀ ਸਾਧ ਸੰਗਤ ਜੀ ਜੋ ਹੈ
ਤਿੰਨਾਂ ਸਮਿਆਂ 'ਚ ਹੀ ਜੋ ਵਾਹਿਗੁਰੂ ਵਿਚਰਦਾ ਹੈ। ਇੱਥੇ ਪਾਠ ਅਦੇਂਗ ਜਿਹੜਾ ਹੈ ਉਹਦੀ ਥਾਂ ਅਜੇਯੰਗ ਪਾਠ ਸ਼ੁੱਧ ਹੈ। ਅਜੇਯੰਗ ਭਾਵ ਜੋ ਜਿੱਤਣ ਤੋਂ ਰਹਿਤ ਹੈ, ਹੜੱਪਣੇ ਤੋਂ ਰਹਿਤ ਹੈ, ਤੱਕਣੇ ਤੋਂ ਰਹਿਤ ਹੈ। ਨਾ ਰੋਗੰ ਨਾ ਸੋਗੰ ਨਾ ਨਿਤਯੰ ਨਵੀਨੰ। ਪਾਠ ਜਿਹੜਾ ਪਹਿਲਾ ਦੇ ਸ਼ੁੱਧ ਹੈ ਉਹ ਹੈ ਅਜੇਯੰ, ਅਭੇਯੰ, ਭਵਿੱਖਯੰ, ਭਵਾਨੰ, ਇਵੇਂ ਹੈ। ਅਦੇਯੰਗ ਪਾਠ ਦੂਸਰਾ ਹੈ। ਨਾ ਰੋਗੰ ਨਾ ਸੋਗੰ, ਉਹਨੂੰ ਕੋਈ ਰੋਗ ਨਹੀਂ ਹੈ ਕਿਸੇ ਕਿਸਮ ਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਬੜੇ ਤਕੜੇ ਰੋਗ ਹੈ। ਇਹ ਕੋਈ ਜਾਂ ਸਰੀਰਕ ਰੋਗ ਨਹੀਂ ਹੈ, ਆਦਿ ਵਿਆਧੀ ਉਪਾਧੀ ਇਹ ਤਿੰਨੇ ਜਿਹੜੇ ਰੋਗ ਹੈ ਇਹ ਵੀ ਰੋਗ ਨਹੀਂ ਹੈ। ਉਸ ਨੂੰ ਰੋਗਾਂ ਤੋਂ ਰਹਿਤ ਹੈ। ਨਾ ਸੋਗ, ਕੋਈ ਉਹਨੂੰ ਸੋਗ ਨਹੀਂ, ਹਰ ਕਿਸ ਰੋਗ ਤੇ ਰਹਿ ਨਿਆਰੋ, ਨਾ ਹੀ ਮਾਨ ਪਮਾਨਾ। ਤੇ ਇਸੇ ਤਰ੍ਹਾਂ ਨਾ ਸੋਗੰ, ਉਹ ਸੋ ਨਿਤਯੰ ਨਵੀਨੰ ਪਾਠ ਹੈ ਸ਼ਿਵ ਸਹੀ। ਸੋ ਉਹ ਵਾਹਿਗੁਰੂ ਨਿਤਯੰ ਕਹੀਏ ਨਿਤ ਸਰੂਪ ਹੈ। ਇੱਥੇ ਤੱਤੇ ਨੂੰ ਸਿਆਰੀ ਉਸੇ ਤਰ੍ਹਾਂ ਹੀ ਸ਼ੁੱਧ ਪਾਠ ਹੈ। ਨਵੀਨ ਸਰੂਪ ਹੈ, ਸਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਤਾਰ। ਅਜਾਯੰ ਸਹਾਯੰ ਸੋ ਪਰਮੰ ਪਰਬੀਨੰ। ਅਜਾਯੰ ਕਹੀਏ ਜਨਮ ਤੋਂ ਰਹਿਤ ਹੈ, ਕਿਸੇ ਦਾ ਜਨਮਿਆ ਹੋਇਆ ਨਹੀਂ ਹੈ। ਸਭ ਦਾ ਸਹਾਇਕ ਹੈ, ਸਹਾਇਤਾ ਕਰਨ ਵਾਲਾ ਹੈ। ਉਹ ਵਾਹਿਗੁਰੂ ਪਰਮੰ ਕਹੀਏ ਬਹੁਤ ਹੀ ਪਰਬੀਣੰ ਕਹੀਏ ਚਤਰ ਸਿਆਣਾ ਹੈ। ਚਤਰ ਸਿਆਣਾ ਹਮ ਮੂਰਖ ਤੁਮ ਚਤਰ ਸਿਆਣੇ। ਪਰਬੀਣੰ ਕਹੀਏ ਬੜਾ ਚਤਰ ਸਿਆਣੇ, ਚਲਾਕ, ਚੁਸਤ, ਅੰਤਰਜਾਮੀ ਹਨ। ਬੰਦਾ ਜਿੰਨੀ ਮਰਜ਼ੀ ਹੇਰ ਫੇਰ ਕਰੇ ਸਭ ਜਾਣਦੇ ਹੈ ਵਾਹਿਗੁਰੂ ਜੀ। ਸੋ ਭੂਤੰ ਭਵਿੱਖਯੰ ਭਵਾਨੰ ਭਵੇਯੰ। ਉਹ ਪਰਮਾਤਮਾ ਭੂਤ ਕਹੀ ਜੋ ਬੀਤ ਗਿਆ ਹੈ, ਭਵਿੱਖ ਜੋ ਆਉਣ ਵਾਲਾ ਹੈ, ਭਵਾਨ ਜੋ ਵਰਤਮਾਨ ਹੈ। ਇਹ ਤਿੰਨਾਂ ਸਮਿਆਂ ਵਿੱਚ ਭਵੇਯੰ ਕਹੀਏ ਮਿਲ ਰਿਹਾ ਹੈ। ਤੇ ਤਿੰਨਾਂ ਸਮਿਆਂ 'ਚ ਵਾਹਿਗੁਰੂ ਹੈ ਸੀ। ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਸਿਮਰੰਤ ਸੰਤ ਸਰਬੱਤਰ ਨਮਨੰ, ਨਾਨਕ ਅਗਨਾਸਨ ਜਗਦੀਸ਼ਵਰ ਹੈ। ਨਮੋ ਨਿਰਭਕਾਰੰ ਨਮੋ ਨਿਰਜੁਰਿਅੰ। ਨਮੋ ਨਿਰਭਿਕਾਰੰ, ਜੋ ਵਿਕਾਰਾਂ ਤੋਂ ਰਹਿਤ ਹੈ ਉਸ ਵਾਹਿਗੁਰੂ ਨੂੰ ਨਮਸਕਾਰ ਹੈ। ਜੋ ਨਿਰਜੁਰਿਅੰ, ਜੋ ਰੋਗਾਂ ਤੋਂ ਰਹਿਤ ਹੈ ਉਸ ਨੂੰ ਨਮਸਕਾਰ ਹੈ। ਨਮੋ ਦੇਵ ਦੇਵੰ ਨਮੋ ਰਾਜ ਰਾਜੰ। ਜੋ ਨਿਰਜੁਰਿਅੰ ਰੋਗਾਂ ਤੋਂ ਰਹਿਤ ਭਾਵ ਅਰੋਗ ਹੈ ਉਸ ਨੂੰ ਨਮਸਕਾਰ ਹੈ। ਨਮੋ ਦੇਵ ਦੇਵੰ, ਜੋ ਦੇਵਤਿਆਂ ਦੇ ਦੇਵਤੇ ਹਨ ਵੱਡੇ ਉਸ ਨੂੰ ਨਮਸਕਾਰ ਹੈ। ਨਮੋ ਰਾਜ ਰਾਜੰ, ਜੋ ਰਾਜਿਆਂ ਦੇ ਵੱਡੇ ਰਾਜੇ ਮਹਾਰਾਜਾ ਹਨ ਉਹਨਾਂ ਨੂੰ ਨਮਸਕਾਰ ਹੈ। ਨਿਰਾਲੰਬ ਨਿਤਯੰ ਸੋ ਰਾਜਾਧਿਰਾਜੰ, ਜੋ ਸਾਰਿਆਂ ਦੇ ਵਿਸ਼ੇਸ਼ ਕਰਕੇ ਆਸਰਾ ਹਨ ਪਰ ਆਪ ਨਿਰਾਲੰਬ, ਆਪ ਆਸਰੇ ਤੋਂ ਰਹਿਤ ਹਨ। ਉਹਨਾਂ ਨੂੰ ਆਸਰਾ ਕੌਣ ਦੇਵੇ? ਜਿਹੜਾ ਹੁਣ ਵੱਡਾ ਹੈ, ਵੱਡੇ ਨੂੰ ਆਸਰਾ ਦੇਣ ਲਈ ਵੱਡਾ ਹੀ ਹੋਣਾ ਪਵੇਗਾ ਨਾ। ਤੇ ਉਹ ਵਾਹਿਗੁਰੂ ਸਭ ਤੋਂ ਵੱਡਾ ਹੈ, ਸਭ ਨੂੰ ਆਸਰਾ ਦੇ ਰਿਹਾ ਹੈ ਪਰ ਆਪ ਆਸਰੇ ਤੋਂ ਰਹਿਤ ਹੈ। ਨਿਤਯੰ ਨਿਤ ਸਰੂਪ ਹੈ ਸੋ ਰਾਜਾ ਧਿਰਾਜੰ। ਇਕੱਠਾ ਪਾਠ ਕਰਨਾ ਜਿਵੇਂ ਪੜ੍ਹ ਲੈਣਾ ਰਾਜਾ ਧਿਰਾਜੰ, ਦੱਦਾ ਧੱਦਾ ਮਿਲ ਕੇ। ਤੇ ਜੇ ਅੱਡ ਕਰਨਾ ਫਿਰ ਰਾਜਾ ਧਿਰਾਜੰ। ਇਕੱਠਿਆਂ ਵਿੱਚ ਹੀ ਕੀਤਾ ਵੀ ਰਾਜਾ ਅਧਿਰਾਜੰ, ਜੋ ਰਾਜਿਆਂ ਦਾ ਅਧਿਰਾਜ, ਰਾਜਿਆਂ ਦਾ ਮਹਾਰਾਜਾ ਹੈ। ਅਲੇਖੰ ਅਪੇਖੰ ਅਭੂਤੰ ਅਦਵੈਖੰ। ਲੇਖੇ ਤੋਂ ਰਹਿਤ ਹੈ, ਭੇਖੇ ਭੇਖ ਦਿਖਾਵੇ ਪਖੰਡ ਤੋਂ ਰਹਿਤ ਹੈ। ਭੂਤ ਕਹੀਏ ਪੰਜਾਂ ਤੱਤਾਂ ਤੋਂ ਜਿਹੜੇ ਅਪ ਬਾਏ ਤੇਜ ਪ੍ਰਿਥਵੀ ਆਕਾਸ਼ਾ, ਪੰਜ ਤੱਤ ਕੋ ਜਿਹੜਾ ਸਰੀਰ ਬਣਿਆ ਹੈ ਪੰਜਾਂ ਤੱਤਾਂ ਤੋਂ ਰਹਿਤ ਹੈ। ਅਦਵੈਖੰ, ਦਵੈਖ ਦਵੈਸ਼ ਭਾਵ ਤੋਂ ਰਹਿਤ ਹੈ। ਨਾ ਰਾਗੰ ਨਾ ਰੰਗੰ ਨਾ ਰੂਪੰ ਨਾ ਰੇਖੰ। ਨਾ ਉਹ ਵਾਹਿਗੁਰੂ ਲੇਖੇ ਭੇਖ ਤੋਂ ਰਹਿਤ ਹੈ, ਪੰਜਾਂ ਤੱਤਾਂ ਤੋਂ ਰਹਿਤ, ਉਹਦਾ ਕਿਸੇ ਨਾਲ ਦਵੈਸ਼ ਨਹੀਂ ਹੈ। ਨਾ ਰਾਗੰ, ਨਾ ਉਹਨੂੰ ਕਿਸੇ ਨਾਲ ਪ੍ਰੇਮ ਮੋਹ ਹੈ।
ਨਾ ਉਹਦਾ ਕੋਈ ਰੰਗ ਰੂਪ ਹੀ ਹੈ, ਨਾ ਉਹਦਾ ਕੋਈ ਆਕਾਰ ਹੈ, ਨਾ ਰੇਖੰਗ, ਨਾ ਕੋਈ ਮੱਛ ਕਛ ਆਦਿਕ ਦੀ ਰੇਖਾ ਹੀ ਹੈ ਉਸ ਦੇ ਵਿੱਚ। ਮਹਾਦੇਵ ਦੇਵੰ ਮਹਾਜੋਗ ਜੋਗੰ, ਜੋ ਮਹਾਨੀ ਦੇਵਤਿਆਂ ਦੇ ਵੱਡੇ ਦੇਵਤੇ ਹਨ, ਮਹਾਨੀ ਵੱਡੇ ਜੋਗੀਆਂ ਦੇ ਵੱਡੇ ਜੋਗੀ ਹਨ। ਮਹਾਕਾਮ ਕਾਮੰ ਮਹਾਭੋਗ ਭੋਗੰ, ਜੋ ਮਹਾਨ ਕਾਮੀਆਂ ਵਿੱਚੋਂ ਵੱਡੇ ਕਾਮੀ, ਇਸੇ ਤਰ੍ਹਾਂ ਮਹਾਨ ਕੰਮ ਕਰਨ ਵਾਲਾ ਕਾਮਿਆਂ ਵਿੱਚੋਂ ਵੱਡੇ ਕਾਮੇ, ਕਾਮਨਾ ਵਿੱਚੋਂ ਵੱਡੀ ਕਾਮਨਾ ਹੈ, ਅਤੇ ਕਾਮਨਾ ਵੱਡੀਆਂ ਵੱਡੀਆਂ ਕਾਮਨਾ ਨੂੰ ਪੂਰੇ ਕਰਨ ਵਾਲੇ ਕਾਮ ਧੇਨ ਹਨ। ਵਾਹਿਗੁਰੂ ਕਹੋ ਰਾਜ ਸੰਗ ਮਹਾਭੋਗ ਭੋਗੰ, ਜੋ ਮਹਾਨੀ ਭੋਗੀਆਂ ਵਿੱਚ ਹੋ ਕੇ ਭੋਗੀ ਹੈ, ਜੋ ਵੱਡੇ ਭੋਗੀ ਹਨ, ਭਾਵ ਮਹਾਭੋਗ ਭੋਗ, ਜਿਹੜੇ ਮਹਾਨ ਭੋਗੀ ਹੈ ਉਹਨਾਂ ਵੱਡੇ ਭੋਗੀਆਂ ਵਿੱਚ ਵੱਡੇ, ਆਪ ਉਹਨਾਂ ਤੋਂ ਵੱਡੇ ਭੋਗੀ ਹਨ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ, ਗ੍ਰਸਤ ਮੈਂ ਭੋਗੀ। ਕਹੋ ਰਾਜ ਸੰਗ ਤਾਮ ਸੰਗ ਸਾਤਕਿਅੰ, ਉਹ ਵਾਹਿਗੁਰੂ ਕਹੂੰ ਦਾ ਅਰਥ ਕਿਤੇ ਕਿਤੇ ਰਾਜਸੀ ਸੁਭਾਅ ਵਾਲਾ ਹੋ ਰਿਹਾ, ਕਿਤੇ ਤਾਮਸੀ, ਕਿਤੇ ਸਾਤਕੀ ਸਰੂਪ ਹੋ ਰਿਹਾ ਹੈ। ਕਹੋ ਨਾਰ ਕੋ ਰੂਪ ਧਾਰੇ ਨਰਿਅੰ, ਕਿਤੇ ਉਹ ਵਾਹਿਗੁਰੂ ਨੇ ਇਸਤਰੀ ਦਾ ਰੂਪ ਧਾਰਿਆ ਹੋਇਆ ਹੈ, ਤੇ ਕਿਤੇ ਨਰਿਅੰ ਕਹੀਏ ਮਰਦ ਪੁਰਸ਼ ਦੇ ਰੂਪ ਵਿੱਚ ਹੈ। ਕਹੋ ਦੇਵੀਅੰ ਦੇਵਤੰ ਦਇਤ ਰੂਪੰ, ਕਿਤੇ ਦੇਵੀ ਰੂਪ ਹੋ ਰਹੇ ਹੈ, ਤੇ ਕਿਤੇ ਦੇਵਤੇ ਰੂਪ, ਕਿਤੇ ਦੈਂਤ ਰੂਪ ਹੋ ਰਹੇ ਹਨ। ਕਹੋ ਰੂਪ ਅਨੇਕ ਧਾਰੇ ਅਨੂਪੰ, ਕਿਤੇ ਅਨੇਕਾਂ ਹੀ ਰੂਪ ਉਸ ਅਨੂਪਮ ਸੁੰਦਰ ਪਰਮਾਤਮਾ ਨੇ ਉਪਮਾ ਤੋਂ ਰਹਿਤ ਵਾਹਿਗੁਰੂ ਨੇ ਅਨੇਕਾਂ ਹੀ ਰੂਪ ਧਾਰੇ ਹੋਏ ਹੈ। ਆ ਜਿੰਨੇ ਜੀਵ ਜੰਤੂ ਛੋਟੇ ਵੱਡੇ ਹੈ ਸਾਰੇ ਉਹਦਾ ਹੀ ਸਰੂਪ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ ਉਹ ਹਰ ਕਾ ਰੂਪ ਹੈ, ਜੋ ਦੀਸੈ ਸੋ ਤੇਰਾ ਰੂਪ। ਇਹ ਸਾਰਾ ਉਸ ਵਾਹਿਗੁਰੂ ਦਾ ਹੀ ਰੂਪ ਹੈ, ਅਨੇਕਾਂ ਰੂਪ ਉਸਨੇ ਧਾਰੇ ਹੈ। ਅਨੂਪਮ ਕਹੀਏ ਸੁੰਦਰ, ਉਪਮਾ ਤੋਂ ਰਹਿਤ ਉਸ ਵਾਹਿਗੁਰੂ ਨੇ ਅਨੇਕ ਰੂਪ ਖਿਨਮਹਿ ਕੁਦਰਤ ਧਾਰਦਾ। ਕਹੋ ਫੁੱਲ ਹੈ ਕਾ ਭਲੇ ਰਾਜ ਫੂਲੇ, ਕਿਤੇ ਫੁੱਲਾਂ ਵਾਂਗ ਖਿੜ ਕੇ ਫੁੱਲ ਹੋ ਕੇ, ਤੇ ਭਲੇ ਕਹੀਏ ਚੰਗੀ ਤਰ੍ਹਾਂ ਜਿਹੜੇ ਐਸਾ ਸੰਗ ਜੀ ਫੁੱਲੇ ਹੋਏ ਰਾਜ ਕਹੀਏ ਬਰਾਜ ਰਹੇ ਹੈ। ਕਹੂੰ ਫੂਲ ਹਵੈ ਕੇ ਭਲੇ ਰਾਜ ਫੂਲੇ, ਜੋ ਰਾਜ ਫੂਲ ਹੈ, ਕਲਪ ਬ੍ਰਿਸ਼ ਦੇ ਫੁੱਲ ਜਾਂ ਵੱਡਾ ਕਮਲ, ਗੁਲਾਬ ਦੇ ਸੋਹਣੇ ਫੁੱਲ ਮਹਾਫੁੱਲ ਹੈ, ਰਾਜ ਫੁੱਲ ਹੈ। ਇਸ ਤਰ੍ਹਾਂ ਕਮਲ ਦੇ ਵੱਡੇ ਫੁੱਲ ਵਾਂਗੂ, ਕਲਪ ਬ੍ਰਿਸ਼ ਦੇ ਰਾਜ ਫੁੱਲ ਵਾਂਗੂ, ਗੁਲਾਬ ਦੇ ਫੁੱਲ ਜਿਹੜੇ ਰਾਜ ਫੁੱਲ ਉਹਨਾਂ ਵਾਂਗ ਚੰਗੀ ਤਰ੍ਹਾਂ ਜਿਹੜਾ ਫੁੱਲ ਬਣ ਕੇ ਅਤੇ ਜਿਹੜਾ ਫੁੱਲ ਕੇ ਖਿੜ ਰਹੇ ਹੈ, ਫੁੱਲੇ ਹੋਏ ਹਨ। ਕਹੋ ਭੌਰ ਹਵੈ ਕੈ ਭਲੀ ਭਾਂਤ ਭੂਲੇ, ਤੇ ਕਿਤੇ ਭਵਰ ਕਹੀਏ ਭੌਰੇ ਹੋ ਕੇ ਚੰਗੀ ਤਰ੍ਹਾਂ ਭੁੱਲੇ ਹੋਏ ਆ, ਉੱਤੇ ਕਵਲ ਫੁੱਲਾਂ ਪਰ ਲੰਪਟ ਲੁਭਾਏਮਾਨ ਲੱਡੂ ਹੋ ਰਹੇ ਹਨ। ਇਸੇ ਤਰ੍ਹਾਂ ਹੀ ਕਹੂੰ ਫੂਲ ਹੋਵੈ ਕੇ ਭਲੇ ਰਾਜ ਫੂਲੇ, ਵੀ ਜਿਹੜੇ ਰਾਜ ਫੁੱਲ ਵੱਡੇ ਵੱਡੇ ਕਮਲਾਂ ਦੀ ਨਿਆਈ ਜਿਹੜਾ ਹੈ ਹੋ ਕੇ ਭਾਵ ਨਿਰਲੇਪ ਰਹਿ ਕੇ ਫੁੱਲ ਰਹੇ ਹੈ, ਚੰਗੀ ਤਰ੍ਹਾਂ ਬਿਰਾਜ ਰਹੇ ਹੈ, ਸੱਜ ਰਹੇ ਹੈ। ਅਤੇ ਕਿਤੇ ਜਗਿਆਸੂ ਰੂਪ ਹੋ ਕੇ ਭਵਰੇ ਦੀ ਤਰ੍ਹਾਂ ਲੰਪਟ ਹੋ ਕੇ ਲੱਡੂ ਹੋ ਕੇ ਜਿਹੜਾ ਹੈ ਲੁਭਾਏਮਾਨ ਹੋ ਕੇ ਚੰਗੀ ਤਰ੍ਹਾਂ ਭੁੱਲੇ ਹੋਏ ਹਨ, ਜਗਿਆਸੂ ਰੂਪ ਹੋ ਕੇ। ਕਹੋ ਪਵਨ ਹੋਵੈ ਕੈ ਬਹੇ ਬੇਗ ਐਸੇ, ਕਿਤੇ ਪਵਨ ਹਵਾ ਬਣ ਕੇ ਬੜੇ ਬੇਗ ਕਹੀਏ ਤੇਜ਼ੀ ਨਾਲ ਇਸ ਤਰ੍ਹਾਂ ਚੱਲ ਰਹੇ ਹਨ। ਕਹੇ ਮੋ ਨ ਕਥੋ ਤਾਹੇ ਕੈਸੇ, ਗੁਰੂ ਮਹਾਰਾਜ ਕਹਿੰਦੇ ਹੈ ਵੀ ਕਿਸ ਤਰ੍ਹਾਂ ਉਸ ਵਾਹਿਗੁਰੂ ਦਾ ਕਥਨ ਕਰੀਏ, ਕਿਵੇਂ ਕਹਿਣਾ ਕਰੀਏ, ਉਹ ਵਾਹਿਗੁਰੂ ਦੇ ਕਹੇ ਵਿੱਚ ਹੀ ਨਹੀਂ ਆਉਂਦਾ, ਐਸਾ ਹੈ ਮਹਾਨ ਦਿਆਲ। ਕਹੋ ਨਾਦ ਹੋਵੈ ਕੈ ਭਲੀ ਭਾਂਤ ਬਾਜੇ, ਕਿਤੇ ਨਾਦ ਘੰਡੇ ਹੇੜੇ ਦਾ ਜਿਹੜਾ ਸ਼ਬਦ ਹੈ ਉਹ ਹੋ ਕੇ ਚੰਗੀ ਤਰ੍ਹਾਂ ਵੱਜ ਰਹੇ ਹੈ। ਨਾਦ
ਸਿੱਧਾ ਸ਼ਬਦ ਕਹਿ ਲਓ ਜਾਂ ਧੁਨੀ ਕਹਿ ਲਓ, ਕਿਤੇ ਤੇ ਧੁਨੀ ਰੂਪ ਹੋ ਕੇ ਚੰਗੀ ਤਰ੍ਹਾਂ ਵੱਜ ਰਹੇ ਹੈ, ਅਤੇ ਕਿਤੇ ਨਾਦ ਉਪਦੇਸ਼ ਹੋ ਕੇ ਚੰਗੀ ਤਰ੍ਹਾਂ ਵੱਜ ਰਹੇ ਹੈ। ਕਹੂੰ ਨਾਦ, ਕਹੂੰ ਕਿਤੇ ਘੰਡੇ ਹੇਠ ਦਾ ਜਿਹੜਾ ਸ਼ਬਦ ਹੈ ਉਹ ਹੋ ਕੇ ਚੰਗੀ ਤਰ੍ਹਾਂ ਭਲੀ ਪ੍ਰਕਾਰ ਹੀ ਵੱਜ ਰਿਹਾ ਹੈ, ਘੂੰ ਘੂੰ ਦੀਆਂ ਆਵਾਜ਼ਾਂ ਦੇ ਨਾਲ। ਕਹੂੰ ਪਾਰਦੀ ਹੋਇ ਧਰੇ ਬਾਨ ਰਾਜੇ, ਕਹੂੰ ਕਿਤੇ ਪਾਰਦੀ ਕਹੀਏ ਧਨਖ, ਪਾਰਦੀ ਕਹੀਏ ਸ਼ਿਕਾਰੀ, ਕਿਤੇ ਸ਼ਿਕਾਰੀ ਰੂਪ ਹੋ ਕੇ ਅਤੇ ਧਨਖ ਜਿਹੜਾ ਹੱਥ ਵਿੱਚ ਲੈ ਕੇ ਅਤੇ ਉਹਦੇ ਵਿੱਚ ਬਾਣ ਧਰੇ ਕਹੀਏ ਰੱਖ ਕੇ ਰਾਜੇ ਕਈ ਸੁਭਾਏਮਾਨ ਹੋ ਰਹੇ ਹੈ, ਸੱਜ ਰਹੇ ਹਨ। ਕਹੂੰ ਮ੍ਰਿਗ ਹੋਇ ਕੈ ਭਲੀ ਭਾਂਤ ਮੋਹੈ, ਕਿਤੇ ਹਰਨ ਬਣ ਕੇ ਚੰਗੀ ਤਰ੍ਹਾਂ ਘੰਡੇ ਹੇੜੇ ਦੇ ਸ਼ਬਦ ਵਿੱਚ ਆਪਣੇ ਆਪ ਨੂੰ ਮੋਹੇ ਮੋ ਰਹੇ ਹਨ। ਕਹੂੰ ਕਾਮ ਕੀ ਜਿਉ ਧਰੇ ਰੂਪ ਸੋਹੈ, ਕਿਤੇ ਕਾਮਦੇਵ ਦੀ ਜਿਹੜੀ ਘਰਵਾਲੀ ਰੱਤੀ ਹੈ ਉਸ ਰੱਤੀ ਵਾਂਗੂ ਸੋਹਣਾ ਰੂਪ ਧਾਰ ਕੇ ਸੋਭਨੀਕ ਹੋ ਰਿਹਾ, ਸੋਹਣੇ ਰੂਪ ਨੂੰ ਧਾਰ ਕੇ ਸੋਭ ਰਹੇ ਹਨ। ਨਹੀਂ ਜਨ ਜਾਈ ਕਛੁ ਰੂਪ ਰੇਖੰ, ਮਹਾਰਾਜ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ, ਹੇ ਵਾਹਿਗੁਰੂ, ਉਸ ਮਾਲਕ ਜੀ ਤੁਹਾਡਾ ਜਿਹੜਾ ਕੁਝ ਵੀ ਰੂਪ ਆਕਾਰ ਮੱਛ ਖਛ ਆਦਿਕ ਦੀ ਰੇਖਾ ਦੀ ਜਿਹੜੀ ਹੈ ਜਾਣ ਕੇ ਸਮਝ ਨਹੀਂ ਪਾਈ ਜਾ ਰਹੀ, ਕੁਝ ਵੀ ਜਾਣਿਆ ਨਹੀਂ ਜਾ ਸਕਦਾ ਉਸ ਵਾਹਿਗੁਰੂ ਦਾ। ਕਹਾਂ ਬਸ ਤਾਕੋ ਕਹ ਕੌਣ ਭੇਖੰ, ਦੁਬਾਰਾ ਪੜ੍ਹ। ਕਹਾਂ ਬਸ ਤਾਕੋ ਫਿਰੈ ਕੌਣ ਭੇਖੰ, ਕਹਾਂ ਇਹ ਵੀ ਕਹਾਂ ਬਾਸ, ਵੀ ਉਸ ਵਾਹਿਗੁਰੂ ਦਾ ਵਾਸਾ ਕਿੱਥੇ, ਨਿਵਾਸ ਕਿੱਥੇ, ਕਿੱਥੇ ਵਸ ਰਿਹਾ ਹੈ, ਕਿਹੜੇ ਉਹ ਕੌਣ, ਕਿਹੜੇ ਉਹ ਭੇਖ ਵਿੱਚ ਫਿਰ ਰਿਹਾ ਹੈ। ਕਹਾਂ ਨਾਮ ਤਾਕੋ ਕਹਾਂ ਕਹਿ ਕਹਾਵੈ, ਵੀ ਉਸ ਵਾਹਿਗੁਰੂ ਦਾ ਨਾਮ ਕੀ ਹੈ, ਤੇ ਤਾਹਾਂ ਤਾਕੋ ਕਹਾਂ ਨਾਮ ਤਾਕੋ ਕਹਾ ਕਹਿ ਕਹਾਵੈ, ਤੇ ਉਹ ਆਪਣੇ ਆਪ ਨੂੰ ਕਹਾਉਂਦਾ ਕੀ ਹੈ, ਵੀ ਕੀ ਹਾਂ ਮੈਂ। ਕਹਾ ਮੈਂ ਬਖਾਨੋ ਕਹੇ ਮੋ ਨਾ ਆਵੈ, ਮਹਾਰਾਜ ਕਹਿੰਦੇ ਹੈ ਕਹਾ ਮੈਂ ਬਖਾਨੋ, ਕਹਿੰਦੇ ਸਤਿਗੁਰੂ ਵੀ ਕੀ ਮੈਂ ਕਹੀ, ਅਸੀਂ ਕੀ ਕਹਿ ਸਕਦੇ ਹਾਂ, ਅਸੀਂ ਕੀ ਕਹਿ ਸਕਦੇ ਹਾਂ ਉਸ ਕਿਉਂਕਿ ਉਹ ਵਾਹਿਗੁਰੂ ਕਹੇ ਮੋ ਨਾ ਆਵੇ, ਸਾਡੇ ਕਥਨ ਵਿੱਚ ਆਉਂਦਾ ਨਹੀਂ ਹੈ, ਉਹ ਸਾਡੇ ਜੀਵਾਂ ਦੇ ਕਥਨ ਵਿੱਚ ਆਉਂਦਾ ਨਹੀਂ ਹੈ, ਭਾਵ ਕਿਸੇ ਦੇ ਕਥਨ ਵਿੱਚ ਆਉਂਦਾ ਨਹੀਂ ਹੈ। ਨਾ ਤਾਕੋ ਕੋਈ ਤਾਤ ਮਾਤੰ ਨਾ ਪਾਯੰ, ਉਸ ਵਾਹਿਗੁਰੂ ਦਾ ਤੇ ਨਾ ਕੋਈ ਤਾਤ ਕਹੀਏ ਪਿਤਾ ਹੈ, ਨਾ ਕੋਈ ਮਾਤ ਕਹੀਏ ਮਾਤਾ ਹੈ, ਨਾ ਭਾਇੰ ਭਰਾ ਭਾਈ ਹੀ ਹੈ, ਕੋਈ ਉਹਦਾ ਭਰਾ ਮਾਂ ਪਿਓ ਨਹੀਂ ਹੈ। ਨਾ ਪੁੱਤਰੰ ਨਾ ਪੌਤਰੰ ਨਾ ਦਾਇਆ ਨਾ ਦਾਇੰ, ਨਾ ਪੁੱਤਰੰ, ਉਹਦਾ ਕੋਈ ਪੁੱਤਰ ਨਹੀਂ ਹੈ, ਕਿਉਂਕਿ ਜਦੋਂ ਵਾਹਿਗੁਰੂ ਹੈ ਇਕੱਲਾ, ਨਾ ਉਸ ਦੀ ਸ਼ਾਦੀ ਹੋਈ ਹੈ, ਸ਼ਾਦੀ ਉਹਦੀ ਹੋਈ ਨਹੀਂ ਹੈ, ਨਾ ਦਾ ਕੋਈ ਪੁੱਤਰ ਹੀ ਹੈ, ਨਾ ਪੌਤਰ, ਨਾ ਦਾ ਕੋਈ ਪੁੱਤਰ ਨਹੀਂ, ਫਿਰ ਪੋਤਰਾ ਕਿੱਥੋਂ ਹੋਣਾ, ਪੋਤਰਾ ਵੀ ਨਹੀਂ ਹੈ, ਆਪ ਨਾ ਬੁੱਢਾ ਜਵਾਨ ਬੱਚਾ ਹੀ ਬਣਦਾ ਹੈ, ਇਸ ਕਰਕੇ ਨਾ ਦਾਇਆ, ਨਾ ਉਸਦਾ ਕੋਈ ਦਾਇਆ ਕਹੀਏ ਖਿਡਾਵਾ ਹੀ ਹੈ, ਅਤੇ ਨਾ ਦਾਇਨ, ਨਾ ਉਹਦੀ ਕੋਈ ਦਾਈ ਹੈ ਖਿਡਾਉਣ ਵਾਲੇ ਪਾਲਣ ਵਾਲੀ। ਨਾ ਨੇਹੰ ਨਾ ਗੇਹੰ ਨਾ ਸਾਨੰ ਨਾ ਸਾਥੰ, ਉਸ ਦਾ ਕਿਸੇ ਨਾਲ ਖਾਸ ਕੋਈ ਨੇਹ ਮੋਹ ਪ੍ਰੇਮ ਨਹੀਂ ਹੈ, ਨਾ ਉਹਦਾ ਕੋਈ ਖਾਸ ਗੇਹੰ ਕਹੀਏ ਘਰ ਹੀ ਹੈ, ਨਾ ਸੈਨ, ਨਾ ਉਹਦੀ ਕੋਈ ਸੈਨਾ ਹੀ ਹੈ ਫੌਜ, ਨਾ ਉਹ ਕਿਸੇ ਦਾ ਸਾਥੀ ਹੀ ਹੈ, ਉਹਦਾ ਕੋਈ ਸਾਥ ਨਹੀਂ ਹੈ, ਉਹ ਸਭ ਦਾ ਸਾਥੀ ਹੈ ਨਿਰਗੁਣ ਸਰੂਪ 'ਚ, ਉਹਦਾ ਕਿਸੇ ਨਾਲ ਬਿਲਕੁਲ ਹੀ ਉਹ ਨਿਰਲੇਪ ਹੈ, ਕੋਈ ਸਾਥ ਸੂਥ ਨਹੀਂ ਹੈਗਾ, ਦੋਸਤੀ ਨਹੀਂ ਹੈਗੀ, ਅਤੇ ਸਰਗੁਣ ਸਰੂਪ 'ਚ ਉਹਦਾ ਦੋਸਤੀ ਹੈ। ਉਹ ਜਦੋਂ ਨਿਰਲੇਪ ਦਾ ਅਰਥ ਕੀ ਹੈ, ਵੀ ਬਿਲਕੁਲ ਹੀ ਅਲੱਗ ਹੋ ਜਾਣਾ, ਅਤੇ ਵਾਹਿਗੁਰੂ ਸਰਗੁਣ ਸਰੂਪ 'ਚ ਸਭ ਦਾ ਹੀ ਸਾਥੀ ਹੈ, ਉਂਝ ਉਹ ਕਿਸੇ ਦਾ ਸਾਥੀ ਨਹੀਂ ਹੈ, ਨਾ ਸਾਧਨ
ਉਹਦਾ ਕੋਈ ਸਾਥੀ ਨਹੀਂ ਹੈ। ਮਹਾਰਾਜ ਰਾਜੰ ਮਹਾਨਾਥ ਨਾਥੰ। ਰਾਜਿਆਂ ਦੇ ਵੱਡੇ ਰਾਜਾ ਹਨ ਤੇ ਨੌ ਨਾਥਾਂ ਦੇ ਵੱਡੇ ਨਾਥ ਹਨ। ਮਹਾਨਾਥ ਜਿਹੜੇ ਨਾਥ ਵੱਡੇ ਵੱਡੇ ਬਣੇ ਫਿਰਦੇ ਮਾਲਕ, ਉਹਨਾਂ ਦੇ ਵੀ ਉਹ ਮਾਲਕ ਹਨ। ਨਾਥ ਆ ਜਿਹੜੀ ਹੁਕਮ ਰੂਪੀ ਨੱਥ ਹੈ, ਮਹਾਨਾਥੀ ਹੁਕਮ ਰੂਪੀ ਸਭ ਨੂੰ ਪਾਈ ਹੋਈ ਉਸਨੇ ਆਪਣੀ। ਪਰਮੰ ਪੁਰਾਣੰ ਪਵਿੱਤਰੰ ਪਰੇ ਪਰਯੰ। ਪਰਯੰ ਪਰਮ ਬਹੁਤ ਉਹ ਵਾਹਿਗੁਰੂ ਮਹਾਨ ਪੁਰਾਤਨ ਸਰੂਪ ਅਨਾਦਿ ਹੈ, ਪਵਿੱਤਰ ਸਰੂਪ ਹੈ, ਮਨ ਬੁੱਧ ਸਰੀਰ ਤੋਂ ਪਰੇ ਹੈ, ਪ੍ਰਕਿਰਤੀ ਤੋਂ ਪਰੇ ਹੈ। ਅਨਾਦੰ ਅਨੀਲੰ ਅਸੰਭੰ ਅਜੇਯੰ। ਅਨਾਦੰ ਉਹਦਾ ਕੋਈ ਆਦ ਨਹੀਂ, ਭਾਵ ਅਨਾਦਿ ਹੈ, ਗਿਣਤੀ ਮਿਣਤੀ ਤੋਂ ਰਹਿਤ ਹੈ, ਕਲੰਕ ਤੋਂ ਰਹਿਤ ਹੈ, ਨੀਲ ਗਿਣਤੀ ਤੋਂ ਰਹਿਤ ਹੈ, ਅਸੰਭੰ ਅਸਚਰਜ ਰੂਪ ਹੈ, ਉਹਦੀ ਕੋਈ ਹੋਂਦ ਨਹੀਂ ਹੈ। ਅਜੇਯੰ ਤੱਕਣੇ ਤੋਂ, ਜਿੱਤਣ ਤੋਂ, ਚਖਣੇ ਤੋਂ ਰਹਿਤ ਹੈ। ਅਭੇਦੰ ਅਛੇਦੰ ਪਵਿੱਤਰੰ ਪਰਮਾਰਥੰ। ਭੇਦ ਤੋਂ ਰਹਿਤ ਹੈ। ਅਭੇਦੰ ਉਹ ਭੇਦਿਆ ਨਹੀਂ ਜਾਂਦਾ ਹੈ, ਉਹ ਵਿੰਨਿਆ ਨਹੀਂ ਜਾਂਦਾ ਹੈ ਵਾਹਿਗੁਰੂ। ਅਭੇਦੰ ਵਿੰਨਣ ਤੋਂ ਰਹਿਤ ਹੈ। ਅਛੇਦੰ ਕਹੀਏ ਕੱਟਣ ਤੋਂ ਰਹਿਤ ਹੈ। ਪਵਿੱਤਰ ਸਰੂਪ ਹੈ। ਪਰਮਾਤਮ ਵਿਸ਼ੇਸ਼ ਕਰਕੇ ਸਭ ਨੂੰ ਹੀ ਮਥਨ ਵਾਲਾ ਹੈ, ਮੱਥ ਕੇ ਰੱਖ ਦੇਣ ਵਾਲਾ, ਰਿੜਕ ਦੇਣ ਵਾਲਾ ਹੈ। ਪਰਮਾਰਥ ਸਰੂਪ ਹੈ, ਯਥਾਰਥ ਰੂਪ ਹੈ। ਜੈਸਾ ਤੂੰ ਤੈਸਾ ਤੁਹੀਂ, ਆਪਣੇ ਵਰਗਾ ਆਪ ਹੀ ਹੈ। ਮਹਾਦੀਨ ਦੀਨੰ ਮਹਾਨਾਥ ਨਾਥੰ। ਮਹਾਦੀਨ ਦੀਨੰ ਉਹ ਧਰਮੀਆਂ ਤੋਂ ਵਿੱਚੋਂ ਵੱਡਾ ਧਰਮੀ ਹੈ ਤੇ ਨਾਥ ਮਾਲਕਾਂ ਵਿੱਚੋਂ ਵੱਡਾ ਮਾਲਕ ਹੈ। ਸੁਆਮੀਆਂ ਦਾ ਸੁਆਮੀ ਹੈ ਤੇ ਦੀਨ ਕਹੀਏ ਗਰੀਬ ਦਾ ਵੀ ਅਰਥ ਹੁੰਦਾ। ਦੀਨ ਦਾ ਅਰਥ ਗਰੀਬ ਹੀ ਹੁੰਦਾ ਹੈ। ਗਰੀਬਾਂ ਤੋਂ ਵੱਡਾ ਗਰੀਬ ਹੈ ਨਿਮਰਤਾ ਕਰਕੇ, ਤੇ ਮਾਲਕਾਂ ਵਿੱਚੋਂ ਵੱਡਾ ਮਾਲਕ ਹੈ। ਸੁਆਮੀ ਦਾ ਸੁਆਮੀ ਹੈ ਤੇ ਦੀਨ ਦਾ ਅਰਥ ਪਹਿਲਾ ਧਰਮੀ, ਧਰਮੀਆਂ ਦਾ ਵੱਡਾ ਧਰਮੀ ਹੈ। ਅਦਾਗੰ ਅਦਗੰ ਅਲੇਖੰ ਅਪੇਖੰ। ਦਾਗ ਕਲੰਕ ਤੋਂ ਰਹਿਤ ਹੈ। ਅਦੰਗੰ ਅੱਗ ਨਾਲ ਸੜਦਾ ਨਹੀਂ, ਸੜਨ ਤੋਂ ਰਹਿਤ ਹੈ। ਲੇਖੇ ਤੋਂ ਰਹਿਤ ਹੈ। ਭੇਖ ਦਿਖਾਵੇ ਤੋਂ ਰਹਿਤ ਹੈ। ਅਨੰਤੰ ਅਨੀਲੰ ਅਰੂਪੰ ਅਦਵੈਖੰ। ਅਨੰਤੰ ਕਹੀਏ ਬੇਅੰਤ ਸਰੂਪ ਹੈ, ਗਿਣਤੀ ਤੋਂ ਰਹਿਤ ਹੈ, ਆਕਾਰ ਤੋਂ ਰਹਿਤ ਹੈ। ਅਦਵੈਖੰ ਅਦਵੈਖੰ ਕਹੀਏ ਇੱਥੇ ਦਲਾਵਾਂ ਨਹੀਂ ਹੈ। ਅਦਵੈਖੰ ਅਦਵੈਖੰ ਦਵੈਸ਼ ਭਾ ਤੋਂ ਰਹਿਤ ਹੈ। ਮਹਾ ਤੇਜ ਤੇਜੰ ਮਹਾ ਜਵਾਲ ਜਵਾਲੰ। ਮਹਾ ਜੋ ਤੇਜ ਹੈ, ਤੇਜ ਪ੍ਰਤਾਪ, ਤੇਜ ਪ੍ਰਤਾਪ ਦਾ ਵੀ ਤੇਜ ਪ੍ਰਤਾਪ ਹੈ। ਜਿਹੜਾ ਤੇਜ ਹੈ ਨਾ, ਤਰਾਰਾਪਣ, ਉਹ ਤਰਾਰੇਪਣ ਵਿੱਚੋਂ ਮਹਾਨ ਤਰਾਰਾਪਣ ਹੈ ਉਹਦੇ ਵਿੱਚ। ਤੇ ਤੇਜ ਜਿਹੜੀ ਅੱਗ ਹੈ, ਉਹ ਅੱਗ ਦੇ ਵਿੱਚ ਜਿਹੜਾ ਤੇਜ ਹੈ ਉਹਦਾ ਵੀ ਉਹ ਤੇਜ ਹੈ। ਅੱਗ ਨੂੰ ਵੀ ਤੇਜ ਉਸਨੇ ਬਖਸ਼ਿਆ ਹੈ। ਅੱਗ ਦੇ ਵਿੱਚ ਜਿਹੜਾ ਤੇਜ ਪ੍ਰਕਾਸ਼ ਹੈ, ਉਸ ਪ੍ਰਕਾਸ਼ ਦਾ ਵੀ ਮਹਾਨ ਪ੍ਰਕਾਸ਼ ਹੈ। ਮਹਾਮੰਤਰ ਮੰਤਰੰ ਮਹਾਕਾਲ ਕਾਲੰ। ਮਹਾ ਜਵਾਲੰ ਜਿਹੜੀ ਅੱਗ ਦੀ ਜਵਾਲਾ ਹੁੰਦੀ ਹੈ, ਲਾਟ ਹੁੰਦੀ ਹੈ, ਲਾਟ ਵਿੱਚੋਂ ਵੱਡੀ ਉਸਦੀ ਲਾਟ ਹੈ। ਮਹਾਮੰਤਰ ਮੰਤਰੰ ਮੰਤਰਾਂ ਵਿੱਚੋਂ ਉਹ ਵੱਡਾ ਮੰਤਰ ਹੈ ਵਾਹਿਗੁਰੂ। ਮਹਾਕਾਲ ਕਾਲੰ ਕਾਲ ਦਾ ਵੀ ਵੱਡਾ ਕਾਲ ਹੈ ਜੋ ਮਹਾਕਾਲ ਹੈ। ਕਰੰ ਬਾਮ ਚਾਪਿਅੰ ਕਿਰਪਾਣੰ ਕਰਾਲੰ। ਉਸ ਪ੍ਰਭੂ ਦੇ ਸਰਗੁਣ ਸਰੂਪ ਵਿੱਚ ਖੱਬੇ ਹੱਥ ਵਿੱਚ ਧਨਕ ਹੈ, ਸੱਜੇ ਹੱਥ ਵਿੱਚ ਭਿਆਨਕ ਤਲਵਾਰ ਪਕੜੀ ਹੋਈ ਹੈ। ਮਹਾ ਤੇਜ ਤੇਜੰ ਬਿਰਾਜਾ ਵਿਸਾਲੰ। ਮਹਾ ਤੇਜ ਜਿਹੜਾ ਤੇਜ ਹੈ ਨਾ, ਤੇਜ ਪ੍ਰਤਾਪ ਦੇ ਵਿੱਚ ਉਹ ਬਹੁਤ ਤੇਜ, ਵਿਸਾਲੰ ਕਹੀਏ ਬਹੁਤ ਤੇਜ ਰੂਪ ਹੋ ਕੇ ਵਰਤ ਰਹੇ ਹਨ। ਤੇਜਾਂ ਦੇ ਵੀ ਮਹਾਨ ਬਹੁਤੇ ਤੇਜ ਹੋ ਕੇ ਬਿਰਾਜ ਸੋਭ ਰਹੇ ਹੈ। ਮਹਾਦਾੜ ਦਾੜੰ ਸੋ ਸੋਹੰ। ਮਹਾਦਾੜ ਦਾੜੰ ਸੋ ਸੋਹੰ ਅਪਾਰੰ। ਜਿਹੜੇ ਵੱਡੀਆਂ ਵੱਡੀਆਂ ਦਾੜਾਂ ਵਾਲੇ ਆ, ਉਹਨਾਂ ਵਿੱਚੋਂ ਵੱਡੀਆਂ ਦਾੜਾਂ ਵਾਲਾ ਹੈ।
ਇਸ ਤਰ੍ਹਾਂ ਹੋ ਕੇ ਉਹ ਬੇਅੰਤੀ ਸੋਭਨੀਕ ਹੋ ਰਿਹਾ ਹੈ। ਜਦੋਂ ਬਰਾਹ ਰੂਪ ਧਾਰਿਆ ਤੇ ਦੋ ਦਾੜਾਂ ਸਨ ਨਾ, ਜੇ ਤੇ ਧਰਤੀ ਲੱਦੀ ਹੈ, ਧਰਤੀ ਚੱਕੀ ਹੈ, ਇਵੇਂ ਮਹਾਦਾੜ ਜੋ ਮਹਾਨ ਦਾੜਾ ਵਾਲਾ ਹੋ ਕੇ ਤੇ ਦੜੜ ਮਰੜ ਕਰ ਰਿਹਾ ਹੈ। ਜਦੋਂ ਧਰਤੀ ਬਰਾਹ ਰੂਪ ਹੋ ਕੇ ਚੱਕੀ ਹੈ ਹੁੱਡਾਂ ਦੇ ਉੱਪਰ ਦੰਦਾਂ ਜਿਹਾਂ ਵਿੱਚ, ਉਦੋਂ ਪਹਾੜਾਂ ਦੇ ਪਹਾੜ ਹੀ ਟੁੱਟ ਗਏ ਸਨ ਧਰਤੀ ਦੇ ਉੱਤੇ। ਇਵੇਂ ਮਹਾਦਾੜ ਦਾੜੰ ਸੋ ਸੋਹੰ ਅਪਾਰੰ, ਮਹਾਨ ਦਾੜਾ ਵਾਲਾ ਹੋ ਕੇ ਤੇ ਦੜੜ ਰਿਹਾ ਹੈ ਇਵੇਂ, ਤੇ ਬਹੁਤ ਹੀ ਬੇਅੰਤੀ ਜੋ ਸੋਭ ਰਿਹਾ ਹੈ। ਜਿਨੈ ਚਰਬੀਅੰ ਜੀਵ ਜਗਯੰ ਅਸ਼ਾਰੰ, ਜਿਨੇ ਚਰਬੀਅੰ, ਜਿਸ ਨੇ ਜਗਯੰ ਕਹੀਏ ਸੰਸਾਰ ਦੇ ਹਜ਼ਾਰਾਂ ਹੀ ਜੀਵਾਂ ਨੂੰ ਚੱਬ ਲਿਆ ਹੈ। ਡਮਾ ਡਮ ਡੋਰੂ ਸਿਤਾ ਸੇਤ ਛਤਰੰ, ਉਸ ਮਹਾਕਾਲ ਵਾਹਿਗੁਰੂ ਦਾ ਭਿਆਨਕ ਸਰੂਪ ਕਥਨ ਕਰ ਰਹੇ ਹੈ ਸੱਚੇ ਪਾਤਸ਼ਾਹ ਜੀ। ਡਮਾ ਡਮ ਡੋਰੂ, ਜਿਹਦੇ ਹੱਥ ਵਿੱਚ ਡੋਰੂ ਫੜਿਆ ਹੋਇਆ ਮਹਾਕਾਲ ਨੇ, ਤੇ ਡੋਰੂ ਜਿਹੜਾ ਡਮ ਡਮ ਵੱਜ ਰਿਹਾ ਹੈ, ਡਮ ਡਮ ਉਹਦੀ ਆਵਾਜ਼ ਹੋ ਰਹੀ ਹੈ। ਸਿਤਾ ਸੇਤ ਸਤਰੰਗ, ਪਾਠ ਇਕੱਠਾ ਕਰਕੇ ਸਿਤਾ ਤੇ ਉਹ ਕੰਨੇ ਵਿੱਚੋਂ ਐੜਾ ਵੀ ਅਸੇਤ, ਕਾਲਾ। ਸਿਤਾ ਦਾ ਅਰਥ ਚਿੱਟਾ ਤੇ ਅਸੇਤ ਅਰਥ ਕਾਲਾ। ਕਾਲਾ ਚਿੱਟਾ ਪਾਓ ਡੱਬ ਖੜੱਬਾ ਜੀ ਦਾ ਛਤਰ ਹੈ। ਹਾ ਹੂ ਹਾਸੰ ਝਮਾ ਝਮ ਅਤਰੰ, ਉਹ ਮੁੱਖੋਂ ਮਹਾਕਾਲ ਵਾਹਿਗੁਰੂ ਹਾ ਹੂ ਕਰਕੇ ਹੱਸ ਰਿਹਾ ਹੈ। ਝਮਾ ਝਮ ਅਤਰੰ, ਤੇ ਜਿਹਦਾ ਅਤਰੰਗ ਕਹੀਏ ਸ਼ਸਤਰ ਹੈ, ਅਸਤਰ, ਤੇ ਉਹ ਝਮਾ ਝਮ ਬਹੁਤ ਹੀ ਚਮਕ ਰਿਹਾ, ਲਿਸ਼ਕਾਂ ਮਾਰ ਰਿਹਾ ਬਿਜਲੀ ਤੋਂ ਵੀ ਵੱਧ। ਮਹਾਘੋਰ ਸ਼ਬਦੰ ਬਜੇ ਸ਼ੰਖ ਐਸੰ, ਤੇ ਸ਼ੰਖ ਤੇ ਐਵੇਂ ਵੱਜ ਰਿਹਾ ਹੈ, ਭਿਆਨਕ ਸ਼ਬਦ ਹੋ ਰਿਹਾ। ਮਹਾਘੋਰ ਸ਼ਬਦੰ ਬੱਜੇ ਸ਼ੰਖ ਐਸੰ, ਐਸੰ, ਇਸ ਤਰ੍ਹਾਂ ਸ਼ੰਖ ਵੱਜ ਰਿਹਾ ਹੈ, ਬਹੁਤ ਮਹਾਨ ਹੀ ਘੋਰ ਭਿਆਨਕ ਹੀ ਸ਼ਬਦ ਹੋ ਰਿਹਾ ਹੈ। ਪਰਲਾ ਕਾਲ ਕੇ ਕਾਲ ਕੀ ਜਵਾਲ ਜੈਸੰ, ਉਹ ਤੇ ਇਸ ਤਰ੍ਹਾਂ ਸ਼ੰਖ ਵੱਜ ਕੇ ਮਹਾਨ ਘੋਰ ਸ਼ਬਦ ਉੱਥੇ ਹੋ ਰਿਹਾ ਹੈ ਭਿਆਨਕ ਸਰੂਪ ਵਿੱਚ। ਜਿਵੇਂ ਕਹਿੰਦੇ ਪਰਲੇ ਕਾਲ ਦੇ ਸਮੇਂ ਜਿਹੜਾ ਹੈ ਕਾਲ ਕੀ ਜਵਾਲ ਜੈਸੇ, ਪਰਲੇ ਕਾਲ ਦੇ ਸਮੇਂ ਜਿਵੇਂ ਮੌਤ ਦੇ ਜਿਹੜੀ ਹੈ ਸਮੇਂ ਦੀ ਕਾਲ ਦੀ ਸਾਧ ਸੰਗਤ ਜਵਾਲਾ ਜਿਵੇਂ ਲੜ ਲੜ ਕਰਦੀ ਹੈ ਨਾ, ਅੱਗ ਬੜੀ ਭਿਆਨਕ ਨਿਕਲਦੀ ਹੈ ਮਹਾਂਪਰਲੇ ਸਮੇਂ, ਮਹਾਂਪਰਲੇ ਕਾਲ ਦੇ ਸਮੇਂ। ਉਦੋਂ ਚੀਕ ਚਿਹਾੜਾ ਜੀਵਾਂ ਵਿੱਚ ਹਲਚਲ ਤੈਸ਼ ਨੈਸ਼ ਹੋ ਜਾਂਦੀ ਹੈ। ਜਦੋਂ ਲੜਾਈ ਲੱਗਦੀ, ਬੰਬ ਜੇ ਚੱਲਦੇ ਨੇ ਤੇ ਕੁਝ ਵੀ ਨਹੀਂ ਹੈ। ਉਦੋਂ ਤੇ ਸਮੁੰਦਰ ਕਿਤੇ, ਆ ਧਰਤੀ ਵਾਲਾ ਹਿੱਸਾ ਕਿਤੇ, ਤੇ ਜਿੰਨੇ ਆ ਰੁੱਖ ਜੇ ਸਭ ਇੱਧਰ ਉੱਧਰ ਭਸਮੀ ਹੋ ਜਾਂਦੇ ਹੈ। ਪਰਲੇ ਕਾਲ ਕੇ ਕਾਲ ਕੀ ਜਵਾਲ ਜੈਸੰ, ਜਿਸ ਤਰ੍ਹਾਂ ਜਿਹੜਾ ਹੈ ਮਹਾਂਪਰਲੇ ਕਾਲ ਦੇ ਸਮੇਂ ਮੌਤ ਦੀ ਅੱਗ ਜਿਵੇਂ ਸਾਧ ਸੰਗਤ ਦੀ ਲਟ ਲਟ ਕਰਦੀ ਹੈ, ਇਵੇਂ ਮਹਾਂਘੋਰ ਹੀ ਭਿਆਨਕ ਹੀ ਸ਼ਬਦ ਹੋ ਰਿਹਾ ਹੈ ਸ਼ੰਖ ਦਾ ਵੱਜਦਿਆਂ। ਇਵੇਂ ਸਤਿਗੁਰੂ ਮਹਾਰਾਜ ਜੀ ਨੇ ਮਹਾਂਕਾਲ ਵਾਹਿਗੁਰੂ ਦੀ ਉਸਤਤੀ ਇੱਥੇ ਕੀਤੀ ਹੈ। ਇਹ 19 ਪੌੜੀਆਂ ਹੋ ਚੁੱਕੀਆਂ ਹਨ ਮਹਾਂ ਬਚਿੱਤਰ ਨਾਟਕ ਦੀਆਂ। ਅੱਗੇ ਜਿਹੜਾ ਹੈ ਅਗਲਾ ਛੰਦ ਉਹ ਆਪਾਂ ਕੱਲ੍ਹ ਸਰਵਣ ਕਰਾਂਗੇ। ਹੁਣ ਇੱਥੇ ਹੀ ਜਿਹੜੀ ਹੈ ਕਥਾ ਦੀ ਸਮਾਪਤੀ ਕਰੀਏ ਜੀ। ਡਮਾ ਡਮ ਡੋਰੂ ਸਿਤਾ ਸੇਤ ਛਤਰੰ, ਹਾ ਹੂ ਹਾਸੰ ਝਮਾ ਝਮ ਅਤਰੰ, ਮਹਾਘੋਰ ਸ਼ਬਦੰ ਬਜੇ ਸ਼ੰਖ ਐਸੰ, ਪਰਲੇ ਕਾਲ ਕੇ ਕਾਲ ਕੀ ਜਵਾਲ ਜੈਸੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।